ਨਗਰ ਨਦੇੜ ਬਹਿ ਕੀ ਤਾਈ, ਉਤਰੇ ਸਤਿਗੁਰ ਸੋ ਅਪਨਾਈ। ਐ ਪੁਰਾਤਨ ਭ੍ਰਮ ਹਮਾਰੀ, ਅਪਰਮਾਰ ਕੀ ਸਗਲ ਬਿਦਾਰੀ। ਚੌਬਈ ਨਗਰ ਨਦੇੜ ਬਹਿ ਕੀ ਤਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪ੍ਰੀਤਵਾਨ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਖਾਲਸਾ, ਸਾਧ ਸੰਗਤ ਜੀ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਦੀ ਬੇਅੰਤ ਹੀ ਬੇਅੰਤ ਕਿਰਪਾ ਦਾ ਸਦਕਾ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨਾਂ ਵਿੱਚ ਸਤਿਗੁਰਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਹਾਜ਼ਰ ਹਜ਼ੂਰੀ ਵਿੱਚ ਜੁੜ ਬੈਠੇ ਹੋ। ਜੁਗੋ ਜੁਗ ਅਟਲ ਗੁਰਤਾ ਗੱਦੀ ਤੇ ਸ਼ੁਭਾਇਮਾਨ ਲੋਕ ਪਰਲੋਕ ਦੇ ਰੱਖਿਅਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕਾ ਸੰਧਿਆ ਦੇ ਸਜੇ ਹੋਏ ਦੀਵਾਨਾਂ ਵਿੱਚ ਸੰਗੀਤ ਦੇ ਨਿਯਮਾਂ ਦੇ ਮੁਤਾਬਕ ਆਪ ਜੀ ਨੇ ਗੁਰੂ ਕੀ ਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਰਹਿਰਾਸ ਸਾਹਿਬ ਜੀ ਦੇ ਪਾਠ ਬੜੇ ਪਿਆਰ ਦੇ ਸਹਿਤ ਗੁਰੂ ਕੇ ਗ੍ਰੰਥੀ ਸਿੰਘਾਂ ਦੇ ਪਾਸੋਂ ਸੁਣ ਕੇ ਲਾਹਾ ਲਿਆ ਹੈ। ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਾ ਕੀਤਾ ਹੈ। ਸਤਿਗੁਰਾਂ ਦੇ ਪਵਿੱਤਰ ਅਸਥਾਨ ਉੱਤੇ ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਪਿਛਲੇ ਲੰਮੇ ਸਮੇਂ ਤੋਂ ਮੁੱਢ ਤੋਂ ਪ੍ਰਾਰੰਭ ਹੋਈ ਹੈ, ਕਥਾ ਦੇ ਚਲਦਿਆਂ ਪਿਛਲੇ ਕਈ ਮਹੀਨਿਆਂ ਤੋਂ ਆਪਾਂ ਸਾਹਿਬੇ ਕਮਾਲ, ਪੁੱਤਰਾਂ ਦੇ ਦਾਨੀ, ਸ਼ਹੀਦ ਪਿਤਾ ਦੇ ਪੁੱਤਰ, ਸ਼ਹੀਦ ਪੁੱਤਰਾਂ ਦੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦਾ ਸੋਹਣਾ ਸੁੰਦਰ ਇਤਿਹਾਸ ਸਰਵਣ ਕਰ ਰਹੇ ਹਾਂ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੀ ਮੌਜ ਦੇ ਮੁਤਾਬਕ ਨੰਦੇੜ ਵੱਲ ਨੂੰ ਜਾ ਰਹੇ ਹਨ। ਨੰਦੇੜ ਵੱਲ ਜਾਂਦਿਆਂ ਬੁਰਹਾਨਪੁਰ ਨਗਰ ਵਿਖੇ ਸਤਿਗੁਰੂ ਜੀ ਨੇ ਸੰਗਤਾਂ ਦੀ ਭਾਵਨਾ ਪੂਰੀ ਕਰਨ ਵਾਸਤੇ ਦਰਸ਼ਨ ਦਿਦਾਰੇ ਦਿੱਤੇ ਹਨ। ਨਗਰ ਦੀਆਂ ਬੇਅੰਤ ਸੰਗਤਾਂ ਨੇ ਅੱਗੇ ਜਾ ਕੇ ਨਗਰ ਤੋਂ ਬਾਹਰ ਵਾਰ ਸਤਿਗੁਰੂ ਜੀ ਦਾ ਸਮੁੱਚੇ ਖਾਲਸੇ ਦਾ ਬਹੁਤ ਭਾਰੀ ਸਵਾਗਤ ਕੀਤਾ। ਬੇਨਤੀ ਕਰਕੇ ਨਗਰ ਦੇ ਵਿੱਚ ਲੈ ਕੇ ਆਏ ਹਨ। ਇਹ ਬੁਰਹਾਨਪੁਰ ਨਗਰ ਦੀਆਂ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦੇ ਆਉਣ ਤੋਂ 1 ਸਾਲ ਪਹਿਲਾਂ ਹੀ ਇੱਕ ਬਹੁਤ ਸੋਹਣਾ ਸੁੰਦਰ ਮਕਾਨ ਤਿਆਰ ਕਰਵਾ ਕੇ ਰੱਖਿਆ ਹੈ। ਭਾਵਨਾ ਹੈ ਕਿ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਆ ਕੇ ਇਸ ਗ੍ਰਹਿ ਦੇ ਵਿੱਚ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕਰਨ, ਇਸ ਘਰ ਨੂੰ ਪੁਨੀਤ ਕਰਨ। ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਉੱਥੇ ਠਹਿਰਾਇਆ। ਦੋਵੇਂ ਵੇਲੇ ਬਹੁਤ ਸੰਗਤਾਂ ਆਉਂਦੀਆਂ। ਤਾਪਤੀ ਨਦੀ ਦੇ ਕਿਨਾਰੇ ਦੇ ਉੱਤੇ ਵਸੇ ਇਸ ਨਗਰ ਦੇ ਵਿੱਚ ਸਤਿਗੁਰੂ ਜੀ ਨੂੰ ਜਿੱਥੇ ਜਗ੍ਹਾ ਠੀਕ ਲੱਗਦੀ, ਰਮਣੀਕ ਜਗ੍ਹਾ ਦੇਖ ਕੇ ਟਿਕਾਣਾ ਕਰਦੇ। ਬਹੁਤ ਸਾਰੀਆਂ ਭਟਾਵਾਂ ਗੁਰੂ ਕੀਆਂ ਸੰਗਤਾਂ ਲੈ ਕੇ ਆਉਂਦੀਆਂ। ਇਹਨਾਂ ਸੰਗਤਾਂ ਦੇ ਵਿੱਚ ਇੱਕ ਰੱਬੀ ਬੰਦਗੀ ਦੇ ਨਾਲ ਲਬਰੇਜ਼ ਰੂਹ ਇੱਕ ਮਹਾਂਪੁਰਖ ਵੀ ਆਏ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਤਿਗੁਰੂ ਸਾਹਿਬ ਜੀ ਮੇਰੇ ਇਸ ਨਗਰ ਦੇ ਵਿੱਚ ਬੁਰਹਾਨਪੁਰ ਵਿੱਚ ਆਏ ਹਨ, ਉਸੇ ਵੇਲੇ ਬਹੁਤ ਬਜ਼ੁਰਗ ਅਵਸਥਾ ਪਰ ਬੜੇ ਚਾਅ ਦੇ ਸਹਿਤ ਉਹ ਗੁਰੂ ਕਾ ਪਿਆਰਾ ਮਹਾਂਪੁਰਖ ਸਤਿਗੁਰੂ ਦੇ ਦੀਦਾਰਿਆਂ ਵਾਸਤੇ ਉੱਠ ਕੇ ਤੁਰ ਪਿਆ। ਉਮਰ ਵਡੇਰੀ ਹੋਣ ਕਰਕੇ ਪੈਰ ਡਗਮਗਾਉਂਦੇ ਹਨ, ਨੇਤਰਾਂ ਦੇ ਵਿੱਚੋਂ ਨੀਰ ਵੀ ਵਹਿੰਦਾ, ਪਰ ਹਿਰਦੇ ਵਿੱਚ ਸਤਿਗੁਰੂ ਜੀ ਦਾ ਪਿਆਰ ਬਹੁਤ ਹੈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਸਿੰਘਾਸਨ ਦੇ ਉੱਤੇ ਬੈਠਿਆਂ ਸੰਗਤਾਂ ਵਿੱਚ ਸ਼ਿਸ਼ੋਭਿਤ ਦੂਰੋਂ ਹੀ ਦਰਸ਼ਨ ਜਦੋਂ ਹੋਏ ਨਾ ਇਹਨੂੰ, ਉੱਥੇ ਹੀ ਲੰਮੇ ਪੈ ਕੇ ਮੱਥਾ ਟੇਕ ਦਿੱਤਾ ਧਰਤੀ ਉੱਤੇ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਡੰਡੌਤ ਬੰਦਨਾ ਕੀਤੀ ਉੱਥੇ, ਲੰਮੇ ਡੰਡੇ ਵੱਤ ਪੈ ਕੇ ਲੰਮਾ ਪੈ ਕੇ ਨਮਸਕਾਰ ਕਰਨ ਨੂੰ ਡੰਡੌਤ ਕਹਿੰਦੇ ਹੈ। ਮਨ ਵਿੱਚ ਭਾਵਨਾ ਇਹ ਬਣੀ ਕਿ ਮੈਂ ਸਤਿਗੁਰੂ ਸਾਹਿਬ ਜੀ ਦੇ ਦੋਵੇਂ ਚਰਨਾਂ ਨੂੰ ਆਪਣੇ ਹੱਥਾਂ ਵਿੱਚ ਫੜਿਆ ਹੋਇਆ। ਕਾਫੀ ਦੇਰ ਤੱਕ ਇਦਾਂ ਹੀ ਲੰਮੇ ਪਿਆ ਰਿਹਾ ਭਾਵਨਾ ਵਿੱਚ ਆ ਕੇ। ਉਧਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਪਿਆਰਿਆਂ ਦੇ ਪ੍ਰੇਮ ਨੂੰ ਪਰਖਣ ਵਾਲੇ, ਪ੍ਰੇਮ ਦੇ ਵਸ ਵਿੱਚ ਹੋਣ ਵਾਲੇ ਸਤਿਗੁਰੂ ਸਾਹਿਬ ਜੀ, ਉਹਨਾਂ ਦੀ ਅੰਮ੍ਰਿਤ ਦ੍ਰਿਸ਼ਟੀ ਜਦੋਂ ਇਸ ਪਾਸੇ ਪਈ, ਇੱਕਦਮ ਸਿੰਘਾਸਨ ਤੋਂ ਉੱਠ ਕੇ ਆਏ, ਆਪਣੇ ਆਸਣ ਨੂੰ ਛੱਡ ਕੇ ਸਾਧ ਸੰਗਤ ਜੀ ਉਸ ਮਹਾਂਪੁਰਖ ਦੇ ਕੋਲੇ ਪਹੁੰਚੇ। ਦੋਵੇਂ ਬਾਹਾਂ ਦੇ ਨਾਲ ਉੱਪਰ ਉਠਾਇਆ, ਉਹਨੂੰ ਖੜਾ ਕਰਕੇ ਛਾਤੀ ਨਾਲ ਲਾ ਲਿਆ। ਇਹ ਗੁਰੂ ਕੇ ਪਿਆਰੇ ਮਹਾਂਪੁਰਖੋ, ਆਪ ਜੀ ਦੇ ਮਨ ਵਿੱਚ ਭਾਵਨਾ ਬੜੀ ਹੈ, ਪ੍ਰੇਮ ਮਨ ਵਿੱਚ ਬਹੁਤ ਹੈ। ਇੱਦਾਂ ਆਦਰ ਸਤਿਕਾਰ ਕਰਕੇ ਸਤਿਗੁਰੂ ਸਾਹਿਬ ਜੀ ਆਪਣੇ ਦੀਵਾਨ ਵਿੱਚ ਲੈ ਗਏ, ਜਿੱਥੇ ਸੰਗਤ ਬੈਠੀ ਸੀ। ਬੜੇ ਆਦਰ ਸਤਿਕਾਰ ਦੇ ਸਹਿਤ ਬਿਠਾਇਆ। ਸਤਿਗੁਰੂ ਜੀ ਪੁੱਛਦੇ ਹੈ, ਮਹਾਂਪੁਰਖੋ, ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਤਿਆਦਿਕ ਜਿਹੜੇ ਵਿਕਾਰ ਹਨ, ਇਹ ਵਸ ਵਿੱਚ ਆ ਗਏ ਹਨ? ਤਾਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜਿਸ ਉੱਤੇ ਆਪ ਜੀ ਕਿਰਪਾ ਕਰੋ ਉਹਦੇ ਸਾਰੇ ਵਿਕਾਰ ਵਸ ਵਿੱਚ ਆ ਜਾਂਦੇ ਐ, ਨਹੀਂ ਤਾਂ ਬੰਦਾ ਹਉਮੈ ਹੰਕਾਰ ਵਿੱਚ ਆ ਕੇ ਆਪਣੇ ਆਤਮ ਸਰੂਪ ਨੂੰ ਭੁੱਲਿਆ ਰਹਿੰਦਾ ਹੈ। ਆਪ ਜੀ ਨੇ ਕਿਰਪਾ ਕੀਤੀ ਹੈ, ਆਪ ਜੀ ਦੀ ਕਿਰਪਾ ਦਾ ਸਦਕਾ ਮੈਨੂੰ ਇਹ ਪ੍ਰਾਪਤੀ ਹੋ ਚੁੱਕੀ ਹੈ। ਫਿਰ ਦੱਸਿਆ ਕਿ ਜਦੋਂ ਆਪ ਜੀ ਦੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬ੍ਰਹਮਪੁੱਤਰ ਨਦੀ ਦੇ ਉੱਤੇ ਗਏ ਹਨ, ਉੱਥੇ ਆਸਣ ਕੀਤਾ ਹੈ। ਉੱਥੇ ਆ ਜਿਹੜੇ ਰਾਜਪੂਤਾਨੇ ਦੇ ਰਾਜੇ ਬਿਸ਼ਨ ਸਿੰਘ ਦੀ ਮਦਦ ਵਾਸਤੇ ਸਤਿਗੁਰੂ ਸਾਹਿਬ ਜੀ ਗਏ ਹੈ। ਉੱਥੇ ਆਪ ਜੀ ਦੇ ਜਨਮ ਦੀ ਆਗਮਨ ਦੀ ਖਬਰ ਮਿਲੀ ਹੈ। ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵਿਖੇ ਭਵਲੇ। ਸਤਿਗੁਰੂ ਸਾਹਿਬ ਜੀ ਨੇ, ਰਾਜਾ ਬਿਸ਼ਨ ਸਿੰਘ ਨੇ, ਉਹਦੀਆਂ ਫੌਜਾਂ ਨੇ ਬਹੁਤ ਭਾਰੀ ਮੰਗਲ ਕੀਤਾ। ਜਕਾਰੇ ਗਜਾਏ ਗਏ, ਨਗਾਰੇ ਵਜਾਏ ਗਏ। ਮੈਂ ਬੇਨਤੀ ਕਰਕੇ ਪੁੱਛਿਆ ਸੀ, ਮਹਾਰਾਜ ਜਿਹੜਾ ਬਾਲਕ ਆਪ ਜੀ ਦੇ ਘਰ ਅੱਜ ਪ੍ਰਗਟ ਹੋਇਆ ਹੈ, ਉਹ ਕੈਸੀ ਮਹਾਨ ਰੂਹ ਹੈ ਜਿਨ੍ਹਾਂ ਦੇ ਆਗਮਨ ਦੇ ਉੱਤੇ ਇਤਨੀਆਂ ਖੁਸ਼ੀਆਂ ਕੀਤੀਆਂ ਗਈਆਂ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦੱਸਿਆ ਸੀ ਕਿ ਇਹ ਅਕਾਲ ਪੁਰਖ ਵਾਹਿਗੁਰੂ ਨੇ ਇਹਨਾਂ ਨੂੰ ਆਪ ਹੁਕਮ ਕਰਕੇ ਭੇਜਿਆ। ਜਾਏ ਕਹਾਂ ਤੈ ਧਰਮ ਚਲਾਏ, ਕੁਬੁੱਧ ਕਰਮ ਤੇ ਲੋਕ ਹਟਾਏ। ਮੈਂ ਆਪਣਾ ਸੁਤ ਤੋਹੇ ਨਵਾਜਾ, ਪੰਥ ਪਰਚੁਰ ਕਰਬੇ ਕਹੁ ਸਾਜਾ। ਕਲਗੀਧਰ ਪਾਤਸ਼ਾਹ ਜੀ ਨੇ ਵੀ ਇਹਨਾਂ ਬਚਨਾਂ ਨੂੰ ਦੁਹਰਾਇਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਦੱਸਿਆ, ਇਹ ਸੰਸਾਰ ਵਿੱਚ ਇੱਕ ਅਨੋਖਾ ਪੰਥ ਪ੍ਰਗਟ ਕਰਨਗੇ, ਜ਼ੁਲਮ ਦਾ ਨਾਸ਼ ਕਰਨਗੇ। ਮੇਰੇ ਮਨ ਵਿੱਚ ਭਾਵਨਾ ਬਣੀ। ਮੈਂ ਕਿਹਾ, ਮਹਾਰਾਜ ਕਿ ਮੈਂ ਉਸ ਅਦੁੱਤੀ ਬਾਲਕ ਦੇ, ਉਸ ਅਦੁੱਤੀ ਮਹਾਂਪੁਰਖ ਦੇ ਬਾਲ ਰੂਪ ਵਿੱਚ ਜਾ ਕੇ ਦਰਸ਼ਨ ਕਰ ਸਕਦਾ ਹਾਂ। ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ ਸੀ, ਭਾਈ ਤੂੰ ਆ ਦੱਖਣ ਦਿਸ਼ਾ ਵੱਲ ਜਾ ਕੇ ਕਿਤੇ ਆਪਣਾ ਟਿਕਾਣਾ ਕਰ, ਨਾਮ ਸਿਮਰਨ ਕਰ। ਤੇਰੀ ਆਯੂ ਬਹੁਤ ਲੰਮੀ ਹੈ, ਤੇਰੀ ਭਾਵਨਾ ਪੂਰੀ ਹੋਏਗੀ। ਇਹ 10ਵੇਂ ਪਾਤਸ਼ਾਹ ਤੈਨੂੰ ਉੱਥੇ ਆ ਕੇ ਦਰਸ਼ਨ ਦੇ ਦੇਣਗੇ। ਮਹਾਰਾਜ ਉਹ ਸਮਾਂ ਅੱਜ ਆਇਆ ਹੈ, ਆਪ ਜੀ ਨੇ ਮੇਰੀ ਭਾਵਨਾ ਪੂਰੀ ਕਰ ਦਿੱਤੀ ਹੈ। ਤੋ ਸੰਤ ਨੇ ਬੇਨਤੀ ਕੀਤੀ, ਮਹਾਰਾਜ ਕੱਲ ਨੂੰ ਮੇਰੇ ਆਸ਼ਰਮ ਵਿੱਚ, ਡੇਰੇ ਵਿੱਚ ਮੈਂ ਭੰਡਾਰਾ ਕਰਨਾ ਚਾਹੁੰਦਾ ਹਾਂ, ਲੰਗਰ ਲਾਉਣਾ ਚਾਹੁੰਦਾ ਹਾਂ। ਆਪ ਜੀ ਕਿਰਪਾ ਕਰੋ, ਸਿੰਘਾਂ ਦੇ ਸਮੇਤ ਆ ਕੇ ਦਰਸ਼ਨ ਦਿਓ, ਭੋਗ ਲਾ ਕੇ ਆ ਲੰਗਰ ਨੂੰ ਪਵਿੱਤਰ ਕਰਿਓ। ਸਤਿਗੁਰੂ ਜੀ ਸੰਤ ਜੀ ਦੇ ਸੱਦੇ ਉੱਤੇ ਗਏ। ਅਨੇਕਾਂ ਪ੍ਰਕਾਰ ਦੇ ਭੋਜਨ ਪ੍ਰਸ਼ਾਦਾ ਪਦਾਰਥ ਤਿਆਰ ਕੀਤੇ ਗਏ। ਸਤਿਗੁਰੂ ਜੀ ਨੇ ਸਿੰਘਾਂ ਸਮੇਤ ਛਕਿਆ, ਤ੍ਰਿਪਤ ਹੋਏ ਔਰ ਸੰਤ ਨੂੰ, ਸਾਧ ਸੰਗਤ ਜੀ, ਜੀਵਨ ਮੁਕਤੀ ਦਾ ਦਾਨ ਬਖਸ਼ਿਸ਼ ਕੀਤਾ। ਇੱਥੋਂ ਤੱਕ ਆਪਾਂ ਇਤਿਹਾਸ ਪਿੱਛੇ ਸਰਵਣ ਕਰ ਚੁੱਕੇ ਹਾਂ। ਉਸ ਤੋਂ ਬਾਅਦ ਸਤਿਗੁਰੂ ਸਾਹਿਬ ਜੀ ਔਰ ਬਹਾਦਰ ਸ਼ਾਹ ਬਾਦਸ਼ਾਹ ਇਹ ਦੱਖਣ ਦੇਸ਼ ਵੱਲ ਨੂੰ ਜਾ ਰਹੇ ਹਨ। ਰਸਤੇ ਵਿੱਚ ਜਿਹੜੇ ਜਿਹੜੇ ਵੀ ਰਾਜੇ ਮਹਾਰਾਜੇ ਮਿਲਦੇ ਹਨ, ਛੋਟੇ ਛੋਟੇ ਨਗਰਾਂ ਦੇ, ਛੋਟੇ ਛੋਟੇ ਇਲਾਕਿਆਂ ਦੇ, ਸਭ
ਬਹਾਦਰ ਸ਼ਾਹ ਦੀ ਅਧੀਨਗੀ ਪ੍ਰਵਾਨ ਕਰ ਰਹੇ ਆ। ਇਹਨੂੰ ਅੱਗੋਂ ਆ ਕੇ ਮਿਲਦੇ ਆ, ਭੇਟਾਵਾਂ ਲੈ ਕੇ ਮਿਲਦੇ ਆ, ਨਜ਼ਰਾਨੇ ਦਿੰਦੇ ਹਨ, ਕਿਉਂਕਿ ਸਤਿਗੁਰੂ ਜੀ ਨੇ ਆਪ ਕਿਰਪਾ ਕਰਕੇ ਬਹਾਦਰ ਸ਼ਾਹ ਨੂੰ ਰਾਜ ਭਾਗ ਦੀ ਬਖਸ਼ਿਸ਼ ਕੀਤੀ ਹੈ। ਇਉਂ ਚੱਲਦਿਆਂ ਚੱਲਦਿਆਂ ਨੰਦੇੜ ਹਜੂਰ ਸਾਹਿਬ, ਜਿਸ ਨੂੰ ਅੱਜ ਆਪਾਂ ਸ਼ਰਧਾ ਭਾਵਨਾ ਦੇ ਨਾਲ ਆਖਦੇ ਹਾਂ, ਉਹ 9 ਨੰਦਾਂ ਦੀ ਧਰਤੀ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਹੁੰਚੇ, ਜਾ ਕੇ ਜਿਵੇਂ ਟਿਕਾਣਾ ਕੀਤਾ, ਜਿਵੇਂ ਅੱਗੇ ਪ੍ਰਸੰਗ ਆ ਰਿਹਾ ਹੈ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਨਗਰ ਨਦੇੜ ਬੈਰ ਕੀ ਥਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਨੰਦੇੜ ਦੇ ਬਾਹਰ ਵਾਲੀ ਜਿਹੜੀ ਜਗ੍ਹਾ ਹੈ ਹਜੂਰ ਸਾਹਿਬ, ਜਿੱਥੇ ਅੱਜ ਤਖਤ ਸਾਹਿਬ ਸੁਭਾਏਮਾਨ ਹੈ, ਇਸ ਤੋਂ ਬਾਹਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਟਿਕਾਣਾ ਕੀਤਾ, ਡੇਰਾ ਕੀਤਾ। ਇਸ ਨਗਰ ਨੂੰ ਨੰਦੇੜ ਕਿਉਂ ਕਿਹਾ ਜਾਂਦਾ? ਕਿਉਂਕਿ ਸਾਧ ਸੰਗਤ ਜੀ ਇਹ 9 ਨੰਦਾਂ ਦੀ ਧਰਤੀ ਹੈ। ਔਰ ਸਤਿਗੁਰੂ ਸਾਹਿਬ ਜੀ ਹਮੇਸ਼ਾ ਖਾਲਸੇ ਨੂੰ ਬਚਨ ਕਰਦੇ, ਭਾਈ ਆਪਾਂ ਦੱਖਣ ਦਿਸ਼ਾ ਵੱਲ ਜਾਣਾ ਹੈ, ਉੱਥੇ ਸਾਡਾ ਸਤਿਯੁਗ ਦੇ ਵੇਲੇ ਦਾ ਤਪ ਅਸਥਾਨ ਹੈ। ਸਾਧ ਸੰਗਤ ਜੀ ਆਪਾਂ ਬਚਪਨ ਵਿੱਚ ਜਾਂ ਜਵਾਨੀ ਵਿੱਚ ਜਿੱਥੇ ਕਿਤੇ ਵੀ ਜਾਈਏ ਤਾਂ ਉਸ ਜਗ੍ਹਾ ਦੀਆਂ ਯਾਦਾਂ ਸਾਡੇ ਜ਼ਿਹਨ ਦੇ ਵਿੱਚ ਰਹਿੰਦੀਆਂ। ਜਵਾਨੀ ਵਿੱਚ ਕੋਈ ਕਿਤੇ ਗਿਆ ਹੋਵੇ, ਬਾਅਦ ਵਿੱਚ ਬਜ਼ੁਰਗ ਉਮਰ ਵਿੱਚ ਜਾਣਾ ਪੈ ਜੇ ਤੇ ਉੱਥੇ ਆਪਣਾਪਣ ਮਹਿਸੂਸ ਹੁੰਦਾ। ਤੇ ਸਤਿਗੁਰੂ ਸਾਹਿਬ ਜੀ ਨੇ ਤਾਂ ਸਤਿਯੁਗ ਦੇ ਸਮੇਂ ਵਿੱਚ ਜਦੋਂ ਲੱਖਾਂ ਵਰ੍ਹਿਆਂ ਦੀ ਉਮਰ ਹੁੰਦੀ ਸੀ, ਸਾਧ ਸੰਗਤ ਜੀ ਉੱਥੇ ਬਹੁਤ ਲੰਮਾ ਸਮਾਂ ਭਗਤੀ ਕੀਤੀ ਹੈ ਟਿਕ ਕੇ ਹੋਰ ਸਾਧੂ ਮਹਾਤਮਾ ਦੇ ਨਾਲ। ਦੁਸ਼ਟ ਦਮਨ ਦੇ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਪਹਿਲਾਂ ਇਸ ਹਜੂਰ ਸਾਹਿਬ ਨੰਦੇੜ ਸਾਹਿਬ ਦੀ ਧਰਤੀ ਤੇ ਰਹੇ, ਬਾਅਦ ਵਿੱਚ ਹੇਮਕੁੰਟ ਸਾਹਿਬ ਜਾ ਕੇ ਸਤਿਗੁਰੂ ਸਾਹਿਬ ਜੀ ਨੇ ਉਹਨਾਂ ਬਰਫੀਲੇ ਪਹਾੜਾਂ ਵਿੱਚ ਤਪੱਸਿਆ ਕੀਤੀ ਹੈ। ਸੋ ਸਾਧ ਸੰਗਤ ਜੀ ਸਤਿਗੁਰੂ ਸਾਹਿਬ ਜੀ ਇਹ ਨੰਦੇੜ ਦੀ ਧਰਤੀ ਦੇ ਉੱਤੇ, ਹਜੂਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਹਨ। ਔਰ ਜਿਹੜਾ ਇਹ ਨੰਦੇੜ ਨਗਰ ਹੈ, ਇਹਦਾ ਨਾਮ ਨੰਦੇੜ ਇਸ ਕਰਕੇ ਪਿਆ ਕਿਉਂਕਿ ਸਤਿਗੁਰੂ ਸਾਹਿਬ ਜੀ ਜਦੋਂ ਭਗਤੀ ਕਰਕੇ ਇੱਥੋਂ ਜਾ ਚੁੱਕੇ ਹਨ, ਉਸ ਤੋਂ ਬਾਅਦ 9 ਨੰਦ, 9 ਸਾਧੂਆਂ ਨੇ, 9 ਮਹਾਤਮਾ ਨੇ, ਜਿਨ੍ਹਾਂ ਦੀ ਨੰਦ ਸੰਗਿਆ ਸੀ, ਇੱਥੇ ਰਹਿ ਕੇ ਭਗਤੀ ਕੀਤੀ, ਤਪੱਸਿਆ ਕਰਦੇ ਹਨ। ਔਰ ਜਿਹੜੇ ਸਾਧ ਸੰਗਤ ਜੀ ਇਹ ਸੰਨਿਆਸੀ ਸਾਧੂ ਹੁੰਦੇ ਆ ਨਾ, ਇਹਨਾਂ ਦੇ ਨਾਮ ਦਾ ਜਿਹੜਾ ਪਿਛੋਕੜ ਪਛੇਤਰ ਲੱਗਦਾ ਨਾ, ਉਹ ਕਿਸੇ ਦਾ ਗਿਰੀ ਲੱਗਦਾ, ਕਿਸੇ ਦਾ ਭਾਰਤੀ ਲੱਗਦਾ, ਔਰ ਕਿਸੇ ਦੇ ਨਾਮ ਦੇ ਨਾਲ ਆਨੰਦ ਲੱਗਦਾ। ਜਿਵੇਂ ਆਪਾਂ ਬਹੁਤ ਸਾਰੇ ਸਾਧੂਆਂ ਦੇ ਨਾਮ ਪੜ੍ਹਦੇ ਹਾਂ, ਅਸ਼ਾਂਤੀ ਆਨੰਦ ਹੈ, ਅਪ੍ਰੇਮਾਨੰਦ ਹੈ। ਸੋ ਇਸ ਤਰ੍ਹਾਂ ਇਹ ਆਨੰਦ ਸੰਗਿਆ ਵਾਲੇ 9 ਮਹਾਤਮਾ ਸਨ। ਇਹਨਾਂ ਨੇ ਆਪਣੇ ਗੁਰੂ ਕੋਲ, ਜਿਹੜਾ ਇਹਨਾਂ ਦਾ ਸਿੱਖਿਆ ਦੇਣ ਵਾਲਾ ਮਹਾਤਮਾ ਗੁਰੂ ਸੀ, ਬੇਨਤੀ ਕੀਤੀ, ਮਹਾਰਾਜ ਅਸੀਂ ਭਗਤੀ ਤਾਂ ਕਰ ਰਹੇ ਹਾਂ, ਪ੍ਰਭੂ ਚਰਨਾਂ ਵਿੱਚ ਲਿਵ ਤਾਂ ਲਾਉਂਦੇ ਹਾਂ, ਆਪ ਜੀ ਕਿਰਪਾ ਕਰੋ, ਸਾਡਾ ਜਨਮ ਮਰਨ ਕੱਟ ਦੇਵੋ, ਸਾਨੂੰ ਸੱਚਖੰਡ ਵਿੱਚ ਨਿਵਾਸ ਤਾਂ ਬਖਸ਼ ਦਿਓਗੇ ਨਾ। ਉਸ ਵੇਲੇ ਇਹਨਾਂ ਦਾ ਜਿਹੜਾ ਗੁਰੂ ਸੀ, ਉਹਨੇ ਝੂਠ ਨਹੀਂ ਬੋਲਿਆ, ਸੱਚ ਬੋਲਿਆ। ਕਿਉਂਕਿ ਸਾਧ ਸੰਗਤ ਜੀ ਜੇਕਰ ਸਿੱਖਿਆ ਦੇਣ ਵਾਲਾ ਝੂਠ ਬੋਲੇ, ਗੁਰੂ ਝੂਠ ਬੋਲੇ, ਤੇ ਉਹ ਨਰਕਾਂ ਦਾ ਅਧਿਕਾਰੀ ਹੈ, ਆਪਣੇ ਬਾਰੇ ਸੱਚ ਨਾ ਦੱਸੇ ਆਪਣੇ ਚੇਲਿਆਂ ਨੂੰ। ਇਹਨੇ ਆਖਿਆ ਕਿ ਜਨਮ ਮਰਨ ਤੋਂ ਹਲੇ ਤੱਕ ਮੈਂ ਵੀ ਰਹਿਤ ਨਹੀਂ ਹਾਂ, ਮੈਂ ਤੁਹਾਨੂੰ ਮੁਕਤੀ ਤਾਂ ਨਹੀਂ ਬਖਸ਼ ਸਕਦਾ, ਹਾਂ ਆ ਤੁਹਾਡੀ ਤਪੱਸਿਆ ਦੇ ਕਾਰਨ ਤੁਹਾਨੂੰ ਸਵਰਗਾਂ ਵਿੱਚ ਨਿਵਾਸ ਕਰਾ ਸਕਦਾ ਹਾਂ, ਮਨ ਇੱਛਿਤ ਫਲ ਦੇ ਸਕਦਾ ਹਾਂ ਆ ਧਰਤੀ ਦੇ ਉੱਤੇ, ਜੋ ਮਨ ਦੀ ਭਾਵਨਾ ਹੋਵੇ ਉਹ ਪੂਰੀ ਕਰ ਸਕਦਾ, ਪਰ ਜਨਮ ਮਰਨ ਤੋਂ ਰਹਿਤ ਨਹੀਂ ਕਰ ਸਕਦਾ। ਇਹ ਹੋ ਸਕਦਾ ਹੈ ਮੈਂ ਤੁਹਾਨੂੰ ਵਰਦਾਨ ਦੇ ਕੇ ਤੁਹਾਨੂੰ ਚਿਰੰਜੀਵੀ ਬਣਾ ਦੇਵਾਂ, ਬਹੁਤ ਲੰਮੀ ਉਮਰ ਬਖਸ਼ ਦੇਵਾਂ, ਪਰ ਮੁਕਤੀ ਮੈਂ ਨਹੀਂ ਬਖਸ਼ ਸਕਦਾ। ਤੁਸੀਂ ਭਗਤੀ ਕਰਦੇ ਰਹੋ, ਜਿਹੜੀ ਜਗ੍ਹਾ ਦੇ ਉੱਤੇ ਤੁਸੀਂ ਤਪੱਸਿਆ ਕਰਦੇ ਹੋ ਨਾ, ਇਸ ਜਗ੍ਹਾ ਦੇ ਉੱਤੇ ਦੁਸ਼ਟ ਦਮਨ ਜੀ ਅਕਾਲ ਪੁਰਖ ਵਾਹਿਗੁਰੂ ਦੇ ਬਹੁਤ ਪ੍ਰੇਮ ਵਾਲੇ, ਉਹਨਾਂ ਨੇ ਲੰਮਾ ਸਮਾਂ ਭਗਤੀ ਕੀਤੀ ਹੈ, ਤੇ ਇਸ ਕਰਕੇ ਇਹ ਜਗ੍ਹਾ ਨਾ ਚਾਰਜਡ ਹੋਈ ਹੈ ਭਗਤੀ ਦੇ ਨਾਲ। ਜਿਵੇਂ ਸਾਧ ਸੰਗਤ ਕਿਸੇ ਜਗ੍ਹਾ ਦੇ ਉੱਤੇ ਕਿਸੇ ਗੰਭੀਰ ਲਾ ਇਲਾਜ ਬਿਮਾਰੀ ਦਾ ਮਰੀਜ਼ ਰਹਿ ਜਾਵੇ ਨਾ, ਉਸ ਤੋਂ ਬਾਅਦ ਡਾਕਟਰ ਕੀ ਕਰਦੇ ਆ, ਉਸ ਕਮਰੇ ਦੇ ਵਿੱਚ ਦਵਾਈਆਂ ਲਾ ਕੇ ਉਹਨੂੰ ਜਰਮ ਰਹਿਤ ਕਰਨ ਵਾਸਤੇ ਬੰਦ ਕਰ ਦਿੰਦੇ ਆ, ਤਾਂ ਕਿ ਕੋਈ ਹੋਰ ਇਸ ਕਮਰੇ ਵਿੱਚ ਨਾ ਜਾਵੇ,
ਇਹ ਬਿਮਾਰੀ ਦੇ ਕਣ ਉਹਦੇ ਅੰਦਰ ਦਾਖਲ ਹੋ ਕੇ ਉਹਨੂੰ ਬਿਮਾਰ ਨਾ ਕਰ ਦੇਣ। ਤੇ ਜਿੱਥੇ ਸਾਧ ਸੰਗਤ ਰੱਬ ਦੀ ਭਗਤੀ ਵਾਲੇ ਬੈਠੇ ਹੁੰਦੇ ਆ, ਉਹ ਜਗ੍ਹਾ ਦੇ ਉੱਤੇ ਵੀ ਭਗਤੀ ਦੇ ਕਣ ਰਹਿ ਜਾਂਦੇ ਆ, ਧਰਤੀ ਪਵਿੱਤਰ ਹੋ ਜਾਂਦੀ ਹੈ। ਜਦੋਂ ਸਾਧ ਸੰਗਤ ਕੋਈ ਹੋਰ ਸਾਧੂ ਮਹਾਤਮਾ ਉੱਥੇ ਆ ਕੇ ਭਗਤੀ ਕਰਦਾ ਤਾਂ ਸਾਧ ਸੰਗਤ ਉਸ ਜਗ੍ਹਾ ਦੇ ਉੱਤੇ ਉਹਦਾ ਬਹੁਤਾ ਹੀ ਮਨ ਜੁੜਦਾ, ਕਿਉਂਕਿ ਧਰਤੀ ਪਹਿਲਾ ਵਾਤਾਵਰਣ ਉਹ ਭਗਤੀ ਵਾਲਾ ਬਣਿਆ ਹੁੰਦਾ। ਆਖਿਆ ਕਿ ਇਸ ਜਗ੍ਹਾ ਦੇ ਉੱਤੇ ਦੁਸ਼ਟ ਦਮਨ ਦਾ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਆਉਣਗੇ, ਉਹ ਤੁਹਾਡੀ ਮੁਕਤੀ ਕਰਨਗੇ, ਜਨਮ ਮਰਨ ਤੋਂ ਰਹਿਤ ਤੁਹਾਨੂੰ ਉਹ ਕਰਨਗੇ। ਉਹਨਾਂ ਵਿੱਚ ਸਮਰੱਥਾ ਸ਼ਕਤੀ ਹੈ। ਇਉਂ ਇਹ ਨੰਦ ਸੰਗਿਆ ਵਾਲੇ 9 ਮਹਾਤਮਾ ਉਹਨਾਂ ਨੇ ਇੱਥੇ ਭਗਤੀ ਕੀਤੀ। 9 ਨੰਦਾਂ ਦੇ ਨਾਮ ਦੇ ਉੱਤੇ ਇਸ ਧਰਤੀ ਦਾ ਨਾਮ ਨੰਦੇੜ ਪਿਆ ਹੈ। ਸਤਿਗੁਰੂ ਸਾਹਿਬ ਜੀ ਇਸ ਧਰਤੀ ਦੇ ਉੱਤੇ ਜਦੋਂ ਗਏ ਤਾਂ ਇਹ ਮਹਾਤਮਾ ਨੇ ਦੇਖਿਆ ਕਿ ਕੋਈ ਰੱਬ ਦੇ ਪਿਆਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਆ, ਉਹਨਾਂ ਦੇ ਨਾਲ ਬਹੁਤ ਸਾਰੀਆਂ ਫੌਜਾਂ, ਸਿੱਖ ਖਾਲਸਾ। ਇਹਨਾਂ ਨੇ ਜਾਣਿਆ ਕਿ ਸਾਡੇ ਮੁਕਤੀ ਦਾਤਾ ਇਹੋ ਹੀ ਹਨ। ਇਹ ਸਤਿਗੁਰੂ ਜੀ ਦੀ ਸ਼ਰਨ ਆਏ। ਜਦੋਂ ਮੱਥਾ ਟੇਕਿਆ, ਸਤਿਗੁਰੂ ਸਾਹਿਬ ਜੀ ਨੇ ਆਖਿਆ, ਆਓ ਨੌ ਨੰਦੋ, ਸਭ ਖੇਮ ਕੁਸ਼ਲ ਹੈ। ਬੜੀ ਬਜ਼ੁਰਗ ਅਵਸਥਾ ਦੇ ਸਨ ਇਹ ਸਾਰੇ, ਲੰਮੇ ਸਮੇਂ ਤੋਂ ਬੈਠੇ ਸਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੰਗਲਾਂ ਵਿੱਚੋਂ ਆਏ ਮਹਾਤਮਾ ਨੂੰ ਜਦੋਂ ਨੰਦ ਕਹਿ ਕੇ ਪੁਕਾਰਿਆ, ਇਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਅੰਤਰਯਾਮੀ ਸਤਿਗੁਰੂ ਹੈ, ਇਹ ਸਾਡੇ ਮੁਕਤੀ ਦਾਤਾ। ਬੇਨਤੀ ਕੀਤੀ, ਜੀ ਸਾਡੇ ਗੁਰੂ ਨੇ ਆਪ ਜੀ ਦੇ ਦਰਸ਼ਨਾਂ ਵਾਸਤੇ ਸਾਨੂੰ ਤਾਕੀਦ ਕੀਤੀ ਸੀ, ਲੰਮੇ ਸਮੇਂ ਤੋਂ ਬੈਠੇ ਆ, ਹੁਣ ਸਾਨੂੰ ਮੁਕਤੀ ਬਖਸ਼ੋ। ਤੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਨੰਦੇੜ ਸਾਹਿਬ ਦੀ ਧਰਤੀ ਉੱਤੇ 9 ਨੰਦਾਂ ਨੂੰ ਮੁਕਤ ਕੀਤਾ ਸੀ, ਜਿਸ ਕਰਕੇ ਇਸ ਸ਼ਹਿਰ ਦਾ ਨਾਂ, ਇਸ ਨਗਰ ਦਾ ਨਾਂ ਨੰਦੇੜ ਪਿਆ। ਔਰ ਹਜੂਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨ ਪੈਣ ਕਰਕੇ ਇਸ ਜਗ੍ਹਾ ਨੂੰ ਹਜ਼ੂਰ ਸਾਹਿਬ ਕਹਿੰਦੇ ਹਨ। ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਸੋ ਸਤਿਗੁਰੂ ਸੱਚੇ ਪਾਤਸ਼ਾਹ ਹਮੇਸ਼ਾ ਉੱਥੇ ਹਾਜ਼ਰ ਨਾਜ਼ਰ ਹਨ। ਇਸ ਕਰਕੇ ਜਿੱਥੇ ਸਤਿਗੁਰੂ ਹਾਜ਼ਰ ਨਾਜ਼ਰ ਹੋਣ ਉਹ ਹਜ਼ੂਰੀ ਜਗ੍ਹਾ ਹੁੰਦੀ ਆ। ਇਸ ਕਰਕੇ ਉਸ ਧਰਤ ਨੂੰ ਆਪਾਂ ਹਜ਼ੂਰ ਸਾਹਿਬ ਕਹਿੰਦੇ ਹਾਂ। ਸੋ ਹਜ਼ੂਰ ਸਾਹਿਬ ਦੀ ਉਸ ਧਰਤੀ ਉੱਤੇ ਨੰਦੇੜ ਨਗਰ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਹਰ-ਵਾਰ, ਜਿੱਥੇ ਸਾਧ ਸੰਗ ਨਗੀਨਾ ਘਾਟ ਹੈ ਨਾ, ਉਸ ਜਗ੍ਹਾ ਦੇ ਉੱਤੇ ਸਿੰਘਾਂ ਦੇ ਸਮੇਤ ਟਿਕਾਣਾ ਕੀਤਾ। ਉਤਰੇ ਸਤਿਗੁਰ ਸੋ ਅਪਨਾਈ। ਔਰ ਆਪਣਾਪਣ ਜਾਣ ਕੇ ਕਿ ਇਹ ਮੇਰੀ ਆਪਣੀ ਧਰਤੀ ਹੈ, ਮੈਂ ਇੱਥੇ ਬਹੁਤ ਲੰਮਾ ਸਮਾਂ ਤਪੱਸਿਆ ਕੀਤੀ ਹੈ, ਸਤਿਗੁਰੂ ਨੇ ਉਤਾਰਾ ਕੀਤਾ। ਪੁਰਾਤਨ ਬ੍ਰਹਮ ਹਮਾਰੀ ਭੂਮ ਹਮਾਰੀ। ਹਾਂ, ਇਹ ਪੁਰਾਤਨ ਭੂਮ ਹਮਾਰੀ। ਸਿੰਘਾਂ ਨੂੰ ਦੱਸਦੇ ਆ ਖਾਲਸਾ ਜੀ, ਇਹ ਸਾਡੀ ਪੁਰਾਤਨ ਭੂਮੀ ਹੈ, ਤਪੋ ਸਥਾਨ ਹੈ ਸਾਡਾ। ਅਪਰਮਾਰ ਕੀ ਸਗਲ ਬਿਦਾਰੀ। ਹੋਰ ਦੂਜੇ ਜਿਹੜੇ ਇੱਥੇ ਮਾਲਕ ਬਣੇ ਸੀ, ਉਹਨਾਂ ਸਾਰਿਆਂ ਦੀ ਮਾਲਕੀ ਦੂਰ ਕੀਤੀ, ਭਾਵ ਆਪਣੀ ਜਾਣ ਕੇ ਇਸ ਧਰਤੀ ਉੱਤੇ ਸਤਿਗੁਰੂ ਸਾਹਿਬ ਜੀ ਨੇ ਡੇਰਾ ਕਰ ਲਿਆ। ਹੁਣ ਇਸ ਵੇਲੇ ਇਸ ਧਰਤੀ ਦਾ ਮਾਲਕ ਕੌਣ ਬਣਿਆ ਬੈਠਾ ਸੀ? ਜਦੋਂ ਸਤਿਗੁਰੂ ਜੀ ਨੇ ਉੱਥੇ ਚਰਨ ਪਾਏ ਆ, ਇੱਕ ਮੁਗਲ ਸੀ ਜਿਹੜਾ ਸਾਧ ਸੰਗਤ ਜੀ ਇਸ ਭੂਮੀ ਦੇ ਉੱਤੇ ਵਸਦਾ ਸੀ, ਜਿੱਥੇ ਤਖਤ ਸਾਹਿਬ ਆ। ਇਸ ਧਰਤੀ ਦੀ ਮਾਲਕੀ ਉਸਨੇ ਲਈ ਹੋਈ ਸੀ। ਔਰ ਇਹ ਦੱਸਦਾ ਸੀ ਕਿ ਇਹ ਜਿਹੜੀ ਜਗ੍ਹਾ ਹੈ, ਇਹ ਸਾਡੀ ਪੁਸ਼ਤੈਨੀ ਦਾਦੇ ਪੜਦਾਦਿਆਂ ਨਕੜ ਦਾਦਿਆਂ ਤੋਂ ਮਿਲੀ ਹੋਈ ਜਗ੍ਹਾ ਹੈ। ਜਦੋਂ ਸਤਿਗੁਰੂ ਜੀ ਨੇ ਆ ਕੇ ਉੱਥੇ ਨਿਵਾਸ ਕੀਤਾ ਤਾਂ ਇਹ ਮੁਗਲ ਨੇ ਝਗੜਾ ਕੀਤਾ ਸਤਿਗੁਰੂ ਜੀ ਦੇ ਨਾਲ ਕਿ ਇਹ ਜਗ੍ਹਾ ਤਾਂ ਮੇਰੀ ਹੈ। ਕਹਿੰਦਾ ਹੈ ਸਤਿਗੁਰੂ ਜੀ, ਸਾਰਾ ਨੰਦੇੜ ਨਗਰ ਜਾਣਦਾ ਇਸ ਗੱਲ ਨੂੰ ਕਿ ਸਾਡੀ ਜੱਦੀ ਪੁਸ਼ਤੀ ਇਹ ਜਗ੍ਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਨਾਲ ਸ਼ਸਤਰਧਾਰੀ ਸਿੰਘ ਆ, ਤੁਹਾਡਾ ਜ਼ੋਰ ਚੱਲ ਜਾਵੇਗਾ। ਜੇਕਰ ਤੁਸੀਂ ਬਲ ਕਰਕੇ ਜ਼ੋਰ ਕਰਕੇ ਮੈਥੋਂ ਖੋਹ ਲਵੋਗੇ। ਹਾਲ ਫਿਲਹਾਲ ਤਾਂ ਤੁਸੀਂ ਖੋਹ ਲਓਗੇ, ਪਰ ਬਾਅਦ ਵਿੱਚ ਜਿਹੜੇ ਮੇਰੇ ਪੁੱਤਰ ਜਾਂ ਪੋਤੇ ਹੋਣਗੇ ਉਹ ਆਪਣੀ ਇਸ ਜਗ੍ਹਾ ਨੂੰ ਜਾਣਨਗੇ, ਆਪਣੀ ਜਾਣ ਕੇ ਮੰਗ ਕਰਨਗੇ। ਇਤਿਆਦਿਕ ਗੱਲਾਂ ਬਾਤਾਂ ਕਰਦਿਆਂ ਨੇ ਬਹੁਤ ਸਤਿਗੁਰੂ ਜੀ ਦੇ ਨਾਲ ਝਗੜਾ ਵਿਵਾਦ ਕੀਤਾ।
ਇਉਂ ਦਾਅਵੇਦਾਰੀ ਜਤਾਉਂਦਾ ਇਹ ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲ ਚਲਿਆ ਗਿਆ। ਸਾਰੀ ਗੱਲਬਾਤ ਪਹੁੰਚੀ ਉੱਥੇ। ਸ੍ਰੀ ਪ੍ਰਭੂ ਕੈ ਹਮਰ ਇਸਤਾਨ। ਸਤਿਗੁਰੂ ਸਾਹਿਬ ਜੀ ਕਹਿੰਦੇ ਨਹੀਂ ਭਾਈ, ਇਹ ਤਾਂ ਸਾਡਾ ਅਸਥਾਨ ਹੈ। ਕੋ ਮਾਲਕ ਹੈ ਨ ਆਨ। ਕੋਈ ਹੋਰ ਦੂਜਾ ਇਸ ਭੂਮੀ ਦਾ, ਇਸ ਧਰਤੀ ਦਾ ਮਾਲਕ ਨਹੀਂ ਹੈ। ਮੁਗਲ ਪਨੈ ਪੁਛਤੈਨੀ ਮੇਰਾ। ਉਹ ਮੁਗਲ ਕਹਿੰਦਾ ਨਹੀਂ ਮਹਾਰਾਜ, ਇਹ ਤਾਂ ਪੁਸ਼ਤੈਨੀ ਸਾਡੀ ਜਗ੍ਹਾ, ਜੱਦੀ ਪੁਸ਼ਤੀ ਵਿਰਾਸਤ ਵਿੱਚ ਸਾਨੂੰ ਮਾਲਕੀ ਮਿਲੀ ਹੋਈ ਹੈ। ਨਹੀਂ ਤੁਰਿਓ ਪੁਰ ਲਖੈ ਬਡੇਰਾ। ਇਹ ਗੱਲ ਧੁਰੀ ਨਹੀਂ, ਲੁਕੀ ਛੁਪੀ ਹੋਈ ਨਹੀਂ ਹੈ ਕਿਸੇ ਤੋਂ। ਸਾਰਾ ਨਗਰ ਇਸ ਗੱਲ ਨੂੰ ਜਾਣਦਾ ਹੈ। ਸੰਸੈ ਭਨੇ ਭਇਓ ਸ਼ਾਕੂ ਆਈ। ਜਦੋਂ ਬਹਾਦਰ ਸ਼ਾਹ ਬਾਦਸ਼ਾਹ ਨੇ ਇਹ ਗੱਲ ਸੁਣੀ, ਇਹਦੇ ਮਨ ਦੇ ਵਿੱਚ ਭ੍ਰਾਂਤੀ ਪੈਦਾ ਹੋ ਗਈ, ਭਰਮ ਸ਼ੰਕਾ ਪੈਦਾ ਹੋਇਆ। ਸ੍ਰੀ ਗੁਰ ਪੂਰਨ ਕਹਿ ਕਦਾਈ। ਫਿਰ ਸੋਚਦਾ ਵੀ ਇਹ ਜਿਹੜਾ ਮੁਗਲ ਹੈ, ਸਾਰਾ ਨਗਰ ਇਹਦੀ ਸ਼ਾਦੀ ਭਰਦਾ, ਗਵਾਹੀ ਦਿੰਦਾ ਵੀ ਮਲਕੀਅਤ ਇਹਦੀ ਆ, ਤੇ ਸਤਿਗੁਰੂ ਜੀ ਆਪਣਾ ਹੱਕ ਜਤਾ ਰਹੇ ਹਨ। ਭਾਵਨਾ ਹੈ ਮਨ ਦੇ ਵਿੱਚ ਕਿ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਕਦੇ ਝੂਠ ਨਹੀਂ ਬੋਲ ਸਕਦੇ। ਨਿਰੰਕਾਰ ਕੋ ਹੈ ਹਮਾਰੋ। ਸਤਿਗੁਰੂ ਜੀ ਕਹਿ ਰਹੇ ਆ ਕਿ ਇਹ ਚਿਰਕਾਲ ਤੋਂ, ਬਹੁਤ ਲੰਮੇ ਸਮੇਂ ਤੋਂ ਸਾਡੀ ਭੂਮੀ ਹੈ। ਨਗਰ ਸ਼ਾਹ ਦੀ ਮੁਗਲ ਚਾਰੋ। ਤੇ ਇਹ ਸਾਰੇ ਨਗਰ ਦੀ ਗਵਾਹੀ ਦੇ ਕੇ ਇਹ ਮੁਗਲ ਕਹਿ ਰਿਹਾ ਕਿ ਮੇਰੀ ਜਗ੍ਹਾ ਹੈ। ਸ੍ਰੀ ਗੁਰੂ ਸੋ ਪੈ ਬਿਨੈ ਪਠਾਈ। ਸਤਿਗੁਰੂ ਸੱਚੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਦੇ ਚਰਨਾਂ ਵਿੱਚ ਇਹ ਬਾਦਸ਼ਾਹ ਬਹਾਦਰ ਸ਼ਾਹ ਨੇ ਬੇਨਤੀ ਕਰਕੇ ਬੰਦਾ ਭੇਜਿਆ। ਸਬਰਾਵਰ ਕੀ ਜੇਤ ਥਾਈ। ਪਿਆਰ ਦੇ ਨਾਲ, ਭਾਵਨਾ ਨਾਲ ਬੇਨਤੀ ਕੀਤੀ ਉਹਨੇ ਬਹਾਦਰ ਸ਼ਾਹ ਵੱਲੋਂ ਜਾ ਕੇ ਕਿ ਮਹਾਰਾਜ ਆਪ ਜੀ ਇਸ ਭੂਮੀ ਦੇ ਉੱਤੇ ਆਪਣਾ ਹੱਕ ਜਤਾ ਰਹੇ ਹੋ, ਉਧਰ ਮੁਗਲ ਆਪਣਾ ਹੱਕ ਜਤਾਉਂਦਾ ਹੈ। ਵੈਸੇ ਤਾਂ ਸਾਰੀ ਧਰਤੀ ਆਪ ਜੀ ਦੀ ਹੈ, ਸਾਰੇ ਖੰਡ ਬ੍ਰਹਿਮੰਡ ਆਪ ਜੀ ਦੇ ਹੀ ਹਨ। ਏਸ ਕੀ ਅਵਲਾਖਾ ਧਰੋ। ਕਬੀਰ ਸਗਲੀ ਧਰਤੀ ਸਾਧ ਕੀ, ਤਸਕਰ ਵੈਸੈ ਗਾਹੇ। ਸਾਰੀ ਧਰਤੀ ਸਤਿਗੁਰ ਸੱਚੇ ਪਾਤਸ਼ਾਹ ਆਪ ਜੀ ਦੀ ਹੈ, ਪਰ ਫਿਰ ਵੀ ਜੇ ਆਪ ਜੀ ਅਭਲਾਖਾ ਧਾਰਦੇ ਹੋ, ਇੱਛਾ ਧਾਰਦੇ ਹੋ ਕਿ ਇਹ ਧਰਤੀ ਸਾਡੀ ਹੈ, ਕੋਈ ਪਤਾ ਜਪਾਨ ਕਰੋ। ਤੇ ਮਹਾਰਾਜ ਆਪ ਜੀ ਕਿਰਪਾ ਕਰੋ, ਕੋਈ ਪਤਾ, ਕੋਈ ਨਿਸ਼ਾਨੀ, ਕੋਈ ਗਵਾਹੀ ਇਸ ਗੱਲ ਦੀ ਦਿਖਾਓ। ਹੋਏ ਆਪ ਕੀ ਤਉ ਥਿਰ ਸਾਚੀ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਇਹ ਧਰਤੀ ਹੈ, ਪਰ ਇਹ ਗੱਲ ਸੱਚ ਹੀ ਸਾਰੇ ਲੋਕਾਂ ਨੂੰ ਪ੍ਰਗਟ ਹੋ ਜਾਵੇ। ਪੁਨ ਕੋ ਕਰਣ ਬਾਦ ਬਾਚੀ। ਫਿਰ ਮਹਾਰਾਜ ਜਦੋਂ ਆਪ ਜੀ ਇਹ ਸਿੱਧ ਕਰ ਦਿਓਗੇ, ਕੋਈ ਸਬੂਤ ਦੇ ਕੇ, ਕੋਈ ਨਿਸ਼ਾਨੀ ਦੱਸ ਕੇ, ਫਿਰ ਕੋਈ ਵੀ ਆਪ ਜੀ ਦੇ ਨਾਲ ਆ ਕੇ ਝਗੜਾ ਨਹੀਂ ਕਰੇਗਾ, ਬੋਲ ਬੁਲਾਰਾ ਨਹੀਂ ਕਰੇਗਾ। ਜੀ ਬਲ ਕਰ ਸੀਨੋ ਐਸ ਫੇਰੀ। ਜੇਕਰ ਮਹਾਰਾਜ ਆਪ ਜੀ ਬਲ ਕਰਕੇ ਜ਼ੋਰ ਦੇ ਨਾਲ ਜ਼ਬਰਦਸਤੀ ਇਹ ਧਰਤੀ ਨੂੰ ਖੋਹ ਲਵੋਗੇ, ਮੈਂ ਝਿੜਕੋਂ ਬਰਜੋਂ ਐਸ ਬੇਰੀ। ਤੇ ਮਹਾਰਾਜ ਮੈਂ ਵੀ ਝਿੜਕ ਦੇਵਾਂਗਾ, ਇਹ ਮੁਗਲ ਨੂੰ ਵਰਜ ਦੇਵਾਂਗਾ, ਹਟਾ ਦੇਵਾਂਗਾ ਇਸ ਵੇਲੇ ਤਾਂ। ਜੀਵਤ ਰਹਿ ਥਲ ਦਾਵਦ। ਤੇ ਜਦੋਂ ਤੱਕ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਹਾਦਰ ਸ਼ਾਹ ਜਿਉਂਦਾ ਹਾਂ ਇਸ ਧਰਤੀ ਉੱਤੇ, ਉਹਨੇ ਝਗਰ ਸਕੈ ਗੋ ਤਾਵਦ। ਮਹਾਰਾਜ ਮੇਰਾ ਹੁਕਮ ਚੱਲਦਾ ਹੈ, ਮੇਰੇ ਹੁਕਮ ਦੇ ਨਾਲ ਇਹ ਜਗ੍ਹਾ ਤੁਹਾਨੂੰ ਦੇ ਵੀ ਦੇਵੇਗਾ, ਇਹਨਾਂ ਨੂੰ ਹਟਾ ਦੇਵਾਂਗਾ, ਝਿੜਕ ਦੇਵਾਂਗਾ। ਤੇ ਜਦੋਂ ਤੱਕ ਮੇਰਾ ਜੀਵਨ ਹੈ ਆਪ ਜੀ ਤੋਂ ਕੋਈ ਖੋ ਵੀ ਨਹੀਂ ਸਕਦਾ। ਉਹਨ ਪਾਛੇ ਉੱਡ ਪਰੈ ਬਾਦ। ਜਦੋਂ ਮਹਾਰਾਜ ਮੇਰਾ ਸਰੀਰ ਨਾ ਰਿਹਾ, ਉਸ ਤੋਂ ਬਾਅਦ ਫਿਰ ਝਗੜਾ ਖੜਾ ਹੋਵੇਗਾ। ਜਾਂਦੇ ਜਾਨੋ ਬੇਬੁਨਿਆਦ। ਇਸ ਕਰਕੇ ਮਹਾਰਾਜ ਬੇਬੁਨਿਆਦ ਇਹ ਗੱਲ ਹੋਵੇਗੀ, ਮੇਰਾ ਜਿਹੜਾ ਹੁਣ ਦਾ ਕਹਿਣਾ ਜਾਂ ਆਪ ਜੀ ਦਾ ਕਬਜ਼ਾ ਕੀਤਾ ਹੋਇਆ, ਸੋ ਇਹ ਵਿਅਰਥ ਹੋਵੇਗਾ। ਜਦਾ ਨਗਰ ਕੋ ਮੁਗਲ ਗਾਈ। ਔਰ ਜਿਵੇਂ ਇਹ ਮੁਗਲ ਹੈ ਜਿਹੜਾ ਸਾਰੇ ਨਗਰ ਦੀ ਉਗਾਹੀ ਦੇ ਰਿਹਾ ਹੈ, ਬਤਾਵਨ ਹੈ ਸੁਪਾਏ। ਤੇ ਇਸ ਧਰਤੀ ਨੂੰ ਆਪਣੀ ਦੱਸ ਰਿਹਾ ਹੈ। ਐਸੇ ਤੁਮ ਕਿਛ ਪਤਾ ਬਤਾਵੋ। ਮਹਾਰਾਜ ਆਪ ਜੀ ਵੀ ਕੋਈ ਪਤਾ ਦੱਸੋ, ਕੋਈ ਗਵਾਹੀ ਦਿਓ, ਕੋਈ ਨਿਸ਼ਾਨੀ ਦੱਸੋ। ਜੁਤ ਬਨਿਆਦ ਧਰਾ ਕੋ ਪਾਵੋ। ਸੋ ਇਸ ਕਰਕੇ ਬੁਨਿਆਦ ਦੇ ਸਹਿਤ ਇਸ ਧਰਤੀ ਨੂੰ ਪਾਓ, ਪੱਕੇ ਤੌਰ ਦੇ ਉੱਤੇ ਇਸ ਧਰਤੀ ਨੂੰ ਆਪਣੀ ਮਾਲਕੀਅਤ ਬਣਾਓ। ਬਾਵਰ ਨ ਲਾਗੂ ਹੋਵਨ ਕੌਣ। ਉਸ ਤੋਂ ਬਾਅਦ ਮਹਾਰਾਜ ਜਦੋਂ ਆਪ ਜੀ ਸਬੂਤ ਦਿਓਗੇ ਤਾਂ ਫਿਰ ਕੌਣ ਲਾਗੂ ਹੋਏਗਾ, ਕੌਣ ਆ ਕੇ ਦਾਵਾ ਜਤਾਵੇਗਾ। ਦੀਪ ਗਾਈ ਧਾਰੇ ਮੌਨ। ਆਪ ਜੀ ਜਦੋਂ ਅਗਾਹੀ ਦੇ ਦਿਓਗੇ, ਕੋਈ ਪ੍ਰਮਾਣ ਦੇ ਦਿਓਗੇ, ਸਬੂਤ ਕੋਈ ਨਿਸ਼ਾਨੀ ਦਿਖਾ ਦਿਓਗੇ,
ਤੇ ਫਿਰ ਮਹਾਰਾਜ ਸਭ ਚੁੱਪ ਕਰ ਜਾਣਗੇ। ਬਾਤ ਜਥਾਰਥ ਜਬੈ ਸੁਨਾਈ। ਜਦੋਂ ਬਹਾਦਰ ਸ਼ਾਹ ਦੀ ਆ ਯਥਾਰਥ ਬਾਤ ਜਿਹੜੀ ਠੀਕ ਗੱਲ ਸੀ ਇਹ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਦੱਸੀ। ਮਾਨੀ ਸਰਬਰ ਤਬੈ ਅਲਾਈ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹਾਦਰ ਸ਼ਾਹ ਦੀ ਇਸ ਬੇਨਤੀ ਨੂੰ ਮੰਨ ਲਿਆ ਤੇ ਕਹਿਣ ਲੱਗੇ, ਮੁਗਲ ਨਗਰ ਕੇ ਮੁਕਲੇ ਆਵੇ। ਕਹਿਣ ਲੱਗੇ ਭਾਈ ਉਹ ਮੁਗਲ ਨੂੰ ਆਖੋ ਵੀ ਨਗਰ ਦੇ ਜਿਹੜੇ ਮੁਖੀ ਬੰਦੇ ਆ ਨਾ, ਮੁਖੀ ਪੰਚਾਇਤ ਦੇ ਬੰਦੇ ਆ, ਸੋ ਉਹਨਾਂ ਬੰਦਿਆਂ ਨੂੰ ਇੱਥੇ ਲੈ ਕੇ ਆਵੇ। ਕਾਜੀ ਮੁਫਤੀ ਸਕਲ ਮਿਲਾਵੇ। ਔਰ ਜਿਹੜੇ ਕਾਜੀ ਹੈ ਤੇ ਅੱਗੇ ਉਹਨਾਂ ਦੇ ਮੁਫਤੀ ਕਾਜੀ ਦਾ ਫਤਵਾ ਅਗਾਹ ਦੱਸਣ ਵਾਲੇ, ਸੋ ਉਹਨਾਂ ਸਾਰਿਆਂ ਨੂੰ ਵੀ ਬੁਲਾ ਕੇ ਲੈ ਆਵੇ। ਤੁਮ ਆਪਣੇ ਉਮਰਾਬ ਪਠਾਵੋ। ਤੇ ਬਾਦਸ਼ਾਹ ਬਹਾਦਰ ਸ਼ਾਹ ਤੂੰ ਵੀ ਆਪਣੇ ਕੁਝ ਉਮਰਾਬ ਅਹਿਲਕਾਰ ਸੂਬੇ ਮੇਰੇ ਕੋਲ ਭੇਜ, ਝਗੜਾ ਧਰ ਕੋ ਅਗਲ ਮਟਾਵੋ। ਤਾਂ ਕਿ ਇਸ ਧਰਤੀ ਦਾ ਜਿਹੜਾ ਝਗੜਾ ਹੈ, ਵਾਦ ਵਿਵਾਦ ਹੈ, ਇਹ ਸਾਰਾ ਮਿਟਾ ਸਕੀਏ। ਜਥਾ ਜੋਗ ਜਿਸ ਕੀ ਹੋਏ ਦੀਜੈ। ਉਸ ਤੋਂ ਬਾਅਦ ਜਥਾ ਯੋਗ ਜਿਵੇਂ ਯੋਗ ਹੋਵੇਗਾ, ਜਿਸ ਦੀ ਇਹ ਧਰਤੀ ਬਣਦੀ ਹੋਵੇਗੀ ਉਸ ਨੂੰ ਦੇ ਦਿਆਵਾਂਗੇ। ਸੋ ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਜਿਹੜਾ ਕੋਈ ਝੂਠ ਬੋਲੇਗਾ, ਝੂਠ ਬੋਲਦਾ ਹੋਇਆ ਉਹਨੂੰ ਹਟਾ ਦਿੱਤਾ ਜਾਵੇਗਾ, ਉਹ ਇਸ ਧਰਤੀ ਦੇ ਉੱਤੇ ਦਾਅਵਾ ਕਰਨੋਂ ਪਿੱਛੇ ਹਟ ਜਾਵੇਗਾ। ਬਾਗ ਜਥਾਰਥ ਸੁਨ ਗੁਰ ਪੀਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਯਥਾਰਥ ਵਾਕ ਸੁਣ ਕੇ, ਸੱਚੇ ਬਚਨ ਸੁਣ ਕਰਕੇ ਇਕੱਠੇ ਕੀਨੇ ਮਨ ਜੁਗਨੇ। ਬਹੁਤ ਸਾਰੇ ਮਨੁੱਖ ਇਸ ਮੁਗਲ ਨੇ ਇਕੱਠੇ ਕਰ ਲਏ। ਨਰਪੁਰ ਕੇ ਪ੍ਰਧਾਨ ਪਠਾਈ। ਨਗਰ ਦੇ ਲੋਕ, ਨਗਰ ਦੇ ਜਿਹੜੇ ਮੋਹਤਵਰ ਪਤਵੰਤੇ ਸੱਜਣ ਸਨ ਉਹ ਬੁਲਾ ਕੇ ਲੈ ਕੇ ਆਇਆ। ਨਿਕਟ ਵਰਤੀ ਸਮੁਦਾਈ। ਔਰ ਬਹਾਦਰ ਸ਼ਾਹ ਦੇ ਜਿਹੜੇ ਨਿਕਟ ਵਰਤੀ ਸਨ ਉਹ ਵੀ ਬਹੁ ਗਿਣਤੀ ਵਿੱਚ ਆਏ। ਇਕੱਠੇ ਹੋਏ ਹਜ਼ਾਰਾਂ ਆਈ। ਹਜ਼ਾਰਾਂ ਦੀ ਗਿਣਤੀ ਵਿੱਚ ਸਤਿਗੁਰੂ ਸਾਹਿਬ ਜੀ ਦੇ ਕੋਲ ਆ ਕੇ ਇਕੱਠੇ ਹੋ ਗਏ। ਕਰ ਸ਼ਾਹ ਤਕੀਦ ਪਠਾਈ। ਔਰ ਬਹਾਦਰ ਸ਼ਾਹ ਨੇ ਸਾਰਿਆਂ ਨੂੰ ਤਕੀਦ ਕਰਕੇ ਸਾਰਿਆਂ ਨੂੰ ਇਹ ਗੱਲ ਸਮਝਾ ਕੇ ਭੇਜਿਆ। ਬੈਠੇ ਆਏ ਅਗਰ ਗੁਰ ਪਾਸਾ। ਸਾਰੇ ਆ ਕੇ ਸਤਿਗੁਰੂ ਸਾਹਿਬ ਜੀ ਦੇ ਕੋਲ ਬੈਠ ਗਏ। ਪ੍ਰਥਮ ਮੁਗਲ ਨੇ ਬਾਦ ਪ੍ਰਕਾਸ਼ਾ। ਸਭ ਤੋਂ ਪਹਿਲਾਂ ਉਹ ਮੁਗਲ ਜਿਹੜਾ ਦਾਅਵਾ ਜਤਾਉਂਦਾ ਸੀ ਕਿ ਇਹ ਜਗ੍ਹਾ ਮੇਰੀ ਹੈ, ਉਹਨੇ ਆਪਣੀ ਗੱਲ ਸਾਰਿਆਂ ਦੇ ਸਨਮੁਖ ਰੱਖੀ। ਪੁਸ਼ਤੈਨੀ ਇਹ ਥਾਨ ਹਮਾਰਾ। ਕਹਿਣ ਲੱਗਾ ਇਹ ਜਗ੍ਹਾ, ਇਹ ਧਰਤੀ, ਇਹ ਪੁਸ਼ਤੈਨੀ ਜੱਦੀ ਪੁਸ਼ਤੀ ਮੇਰੀ ਹੈ। ਆਨੰਦ ਬਿਰਦ ਨਵਾਏ ਪੁੱਤ ਇਤ ਸਾਰਾ। ਔਰ ਆਲੇ ਦੁਆਲੇ ਵਸਣ ਵਾਲੇ, ਇਰਦ ਗਿਰਦ ਵਸਣ ਵਾਲੇ ਸਾਰੇ ਲੋਕ ਇਸ ਗੱਲ ਤੋਂ ਜਾਣੂ ਹਨ। ਉਜਰਿਓ ਸਭ ਕੋਏ ਸਟੌਰੀ। ਆਪ ਜੀ ਸਾਰੇ ਜਿਹੜੇ ਇਸ ਜਗ੍ਹਾ ਦੇ ਉੱਤੇ ਬੈਠੇ ਐ, ਕਿਸੇ ਨੂੰ ਵੀ ਪੁੱਛ ਲਓ ਸਾਰੇ ਇਹੋ ਹੀ ਦੱਸਣਗੇ। ਜੋ ਸ਼ੀਨਤ ਕਰੇ ਸੀਨੇ ਜੋ ਚੋ ਜੋਰੀ। ਪਰ ਮਹਾਰਾਜ ਸੱਚੇ ਪਾਤਸ਼ਾਹ ਜੇ ਆਪ ਜੀ ਸੀਨਾ ਜ਼ੋਰੀ ਕਰਕੇ ਆਪ ਜੀ ਮੇਰੇ ਤੋਂ ਜ਼ਬਰਦਸਤੀ ਇਹ ਖੋਹ ਲਵੋਗੇ, ਆਓ ਮੇਰੇ ਖੁਸ਼ ਬਾਸਨਾ ਵਸਾਈ। ਫਿਰ ਮਹਾਰਾਜ ਤੁਹਾਡੇ ਸਾਹਮਣੇ ਮੇਰਾ ਵਸ ਤਾਂ ਕੋਈ ਚੱਲਦਾ ਨਹੀਂ। ਮਾਲਕ ਸ਼ਾਹ ਸਗਲ ਹੀ ਥਾਈ। ਕਿਉਂਕਿ ਜਿਹੜਾ ਸਾਰੀਆਂ ਜਗ੍ਹਾ ਦਾ, ਸਾਰੀ ਧਰਤੀ ਦਾ, ਹਿੰਦੁਸਤਾਨ ਦਾ ਮਾਲਕ ਬਾਦਸ਼ਾਹ ਬਹਾਦਰ ਸ਼ਾਹ ਹੈ, ਸੋ ਉਹ ਆਪ ਜੀ ਦਾ ਸ਼ਰਧਾਲੂ ਹੈ। ਜੇ ਜ਼ਬਰਦਸਤੀ ਕਰਕੇ ਮੇਰੇ ਤੋਂ ਖੋਹਣਾ ਚਾਹੇਗਾ ਤੇ ਫਿਰ ਮੈਂ ਕੀ ਕਰ ਸਕਦਾ ਹਾਂ। ਸਭ ਮੈਂ ਤਬ ਸ੍ਰੀ ਗੁਰੂ ਬਖਾਨਾ। ਜਦੋਂ ਇਹ ਆਪਣੀ ਗੱਲ ਕਹਿ ਹਟਿਆ, ਉਸ ਵੇਲੇ ਸਾਰਿਆਂ ਦੇ ਵਿੱਚ ਸਤਿਗੁਰੂ ਜੀ ਨੇ ਬਚਨ ਕੀਤਾ। ਲਾਖੋਂ ਬਰਕਤ ਬਰਖਨ ਕੋਏ ਤਾਨਾ। ਕਹਿੰਦੇ ਭਾਈ ਇਹ ਗੱਲ ਜਿਹੜਾ ਮੁਗਲ ਕਹਿ ਰਿਹਾ ਹੈ ਕਿ ਇਹ ਧਰਤੀ ਜਿਹੜੀ ਮੇਰੀ ਕਈ ਪੀੜ੍ਹੀਆਂ ਤੋਂ ਇੱਥੇ ਮਲਕੀਅਤ ਹੈ, ਮਾਲਕੀ ਹੈ, ਸਾਡੀ ਜੱਦੀ ਪੁਸ਼ਤੀ ਹੈ, ਪਰ ਕਹਿੰਦੇ ਇਹ ਨਹੀਂ ਜਾਣਦਾ ਕਿ ਲੱਖਾਂ ਸਾਲ ਪੁਰਾਣੀ ਇਹ ਸਾਡੀ ਧਰਤੀ, ਸਾਡੀ ਭੂਮੀ ਹੈ। ਸੋ ਅਸੀਂ ਇਸ ਜਗ੍ਹਾ ਨੂੰ ਸੰਭਾਲਦੇ ਰਹੇ ਹਾਂ, ਇੱਥੇ ਵਸਦੇ ਰਹੇ ਹਾਂ। ਜਦੋਂ ਅਸੀਂ ਇਸ ਜਗ੍ਹਾ ਤੋਂ ਕਿਸੇ ਹੋਰ ਪਾਸੇ ਕਿਨਾਰਾ ਕਰ ਗਏ, ਇੱਥੋਂ ਨੰਦੇੜ ਦੀ ਧਰਤੀ ਤੋਂ ਜਾ ਕੇ ਹੇਮਕੁੰਟ ਸਾਹਿਬ ਭਗਤੀ ਕਰਨ ਲੱਗ ਪਏ, ਤੇ ਫੇਰ ਆ ਮੁਗਲ ਵਰਗੇ ਹੋਰ ਕਈ ਲੋਕ ਇੱਥੇ ਆ ਕੇ ਮਾਲਕ ਬਣੇ ਹੋਣਗੇ ਬਾਅਦ ਵਿੱਚ। ਆਸ਼ਰਮ ਬੜਾ ਪੁਰਾਤਨ ਬਣਿਓ। ਇਸ ਜਗ੍ਹਾ ਦੇ ਉੱਤੇ ਪੁਰਾਤਨ ਸਮੇਂ ਵਿੱਚ ਇੱਕ ਬਹੁਤ ਵੱਡਾ ਆਸ਼ਰਮ ਡੇਰਾ ਬਣਿਆ ਹੋਇਆ ਸੀ। ਨਹੀਂ ਕਹਿ ਪਰਿਆਵੇ।
ਜੇ ਕਹਿੰਦੇ ਤੁਹਾਨੂੰ ਸਾਡੀ ਗੱਲ ਦੇ ਉੱਤੇ ਨਿਸ਼ਚਾ ਨਹੀਂ ਬਣਾਉਣ ਦਾ, ਵਿਸ਼ਵਾਸ ਨਹੀਂ ਹੈ ਸਾਡੇ ਕਹੇ ਉੱਤੇ, ਤਉ ਹਮ ਸਭ ਕੋ ਚਿੰਨ ਦਿਖਾਵੇਂ। ਤੇ ਸਤਿਗੁਰੂ ਜੀ ਕਹਿੰਦੇ ਭਾਈ ਅਸੀਂ ਤੁਹਾਨੂੰ ਸਾਰਿਆਂ ਨੂੰ ਚਿੰਨ ਵੀ ਦਿਖਾ ਦਿੰਦੇ ਆ, ਨਿਸ਼ਾਨੀਆਂ ਵੀ ਦਿਖਾ ਸਕਦੇ ਹਾਂ। ਜੈ ਨੀਰਾ ਤੈ ਕੋਦਨ ਲਾਈ। ਜਿੱਥੇ ਸਾਡਾ ਡੇਰਾ ਸੀ, ਜਿੱਥੇ ਅਸੀਂ ਬਹਿ ਕੇ ਭਗਤੀ ਕੀਤੀ, ਹੋਰ ਤਪਸਵੀ ਸਾਡੇ ਨਾਲ ਰਹਿੰਦੇ ਸਨ, ਉਹ ਇਹੀ ਜਗ੍ਹਾ ਹੈ। ਇਉਂ ਕਹਿ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਡੇਰਾ ਕੀਤਾ ਹੋਇਆ ਸੀ ਨਾ, ਉਸ ਜਗ੍ਹਾ ਨੂੰ ਖੁਦਵਾਇਆ, ਪਟਾਉਣਾ ਸ਼ੁਰੂ ਕਰ ਦਿੱਤਾ ਧਰਤੀ ਨੂੰ। ਨੀਚੇ ਥਲ ਖੁਨਵਾਈ। ਬਹੁਤ ਡੂੰਘੀ ਜਗ੍ਹਾ ਜਦੋਂ ਸਤਿਗੁਰੂ ਜੀ ਨੇ ਖੁਦਵਾ ਲਈ ਹੇਠਾਂ ਤੋਂ, ਨਿਕਸਿਓ ਤਾਂ ਭਸਮ ਕੋ ਢੇਰਾ। ਕੀ ਦੇਖਦੇ ਆ ਸਾਰੇ ਕਿ ਉਸ ਜਗ੍ਹਾ ਦੇ ਉੱਤੇ ਭਸਮ ਦਾ, ਰਾਖ ਦਾ ਇੱਕ ਢੇਰ ਨਿਕਲਿਆ। ਜੈ ਆਸਨ ਦੋ ਪਰਿਓ ਬਡੇਰਾ। ਔਰ ਸਾਧ ਸੰਗਤ ਜੀ, ਇਹ ਉਹ ਜਗ੍ਹਾ ਸੀ ਜਿੱਥੇ ਸਤਿਗੁਰੂ ਜੀ ਨੇ ਭਗਤੀ ਕੀਤੀ ਬੈਠ ਕੇ। ਔਰ ਪੁਰਾਣੇ ਸਾਧੂ ਮਹਾਤਮਾ, ਕਿਉਂਕਿ ਅੱਜ ਵਰਗੇ ਸਾਧਨ ਨਹੀਂ ਸਨ ਹੁੰਦੇ, ਜੰਗਲਾਂ ਵਿੱਚ ਬਹਿ ਕੇ ਤਪੱਸਿਆ ਕਰਨੀ, ਭਗਤੀ ਕਰਨੀ, ਅੱਗੇ ਅੱਗ ਬਾਲ ਕੇ ਧੂਣਾ ਬਾਲ ਕੇ ਬੈਠੇ ਰਹਿਣਾ, ਨਾਲੇ ਤਾਂ ਸਰਦੀ ਤੋਂ ਬਚਾਅ ਹੋਣਾ, ਨਾਲੇ ਸ਼ੇਰ ਬਘੇਲੇ ਇਤਿਆਦਿ ਖੂੰਖਾਰ ਜਾਨਵਰ ਉਹ ਅੱਗ ਦੇਖ ਕੇ ਨੇੜੇ ਨਹੀਂ ਸਨ ਆਉਂਦੇ। ਇਸ ਕਰਕੇ ਇਹ ਧੂਣੇ ਲਾ ਲਾ ਕੇ ਭਗਤੀ ਕਰਨ ਦਾ ਰਿਵਾਜ ਪ੍ਰਚਲਿਤ ਹੋਇਆ ਸੀ, ਹੋਰ ਕੋਈ ਬਹੁਤੇ ਸਾਧਨ ਨਹੀਂ ਸਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਨੇ ਵੀ ਜਿੱਥੇ ਧੂਣਾ ਲਾ ਕੇ ਉੱਥੇ ਭਗਤੀ ਕੀਤੀ, ਬਹੁਤ ਵੱਡਾ ਰਾਖ ਦਾ ਢੇਰ ਉੱਥੋਂ ਨਿਕਲਿਆ, ਤੇ ਨਾਲ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਆਸਣ ਸੀ ਉਹ ਵੀ ਨਿਕਲਿਆ। ਇਸ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਦਾ ਸਤਯੁਗ ਦੇ ਸਮੇਂ ਵਿੱਚ ਆਸਣ ਸੀ, ਉਹ ਜਗ੍ਹਾ ਨਿਕਲੀ। ਗੁਣ ਪ੍ਰਭ ਭਨਿਓ ਔਰ ਖਾਨ ਲੀਜੈ। ਉਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਭਾਈ ਹੋਰ ਵੀ ਖਣ ਲਓ, ਹੋਰ ਵੀ ਇਸ ਧਰਤੀ ਨੂੰ ਪੁੱਟੋ। ਮੰਡਲ ਮਾਲ ਦਿਖ ਰੀਜੈ। ਫਿਰ ਕਹਿੰਦੇ ਇੱਥੇ ਸਾਡਾ ਕਰਮੰਡਲ, ਲੋਟਾ ਤੁੰਬਾ ਜਿਹੜਾ ਸਾਧੂ ਰੱਖਦੇ ਆ ਜਲ ਦੇ ਵਾਸਤੇ ਹੱਥ ਦੇ ਵਿੱਚ, ਉਹ ਵੀ ਨਿਕਲੇਗਾ, ਤੇ ਨਾਲ ਸਾਡੀ ਮਾਲਾ ਵੀ ਸਰਬਲੋਹ ਦੀ ਇੱਥੋਂ ਨਿਕਲੇਗੀ। ਅਸੀਂ ਉਦੋਂ ਇਸ ਧਰਤੀ ਦੇ ਉੱਤੇ ਰਹੇ ਆ ਜਿਸ ਤਨ ਵਿੱਚ, ਜਿਸ ਸਰੀਰ ਵਿੱਚ ਸਾਡਾ ਦੁਸ਼ਟ ਦਮਨ ਨਾਮ ਸੀ। ਕਹਿੰਦੇ ਅਸੀਂ ਉਸ ਵੇਲੇ ਦੁਸ਼ਟ ਦਮਨ ਦੇ ਰੂਪ ਵਿੱਚ ਇਸ ਸੋਹਣੀ ਧਰਤੀ ਉੱਤੇ, ਸੁਹਾਵਣੀ ਧਰਤੀ ਉੱਤੇ ਬੈਠ ਕੇ ਬਹੁਤ ਤੀਬਰ ਤਪ ਸਾਧਿਆ। ਲੱਖਾਂ ਵਰਿਆਂ ਦੀ ਉਮਰ ਹੁੰਦੀ ਸੀ ਸਾਧ ਸੰਗਤ ਸਤਿਯੁਗ ਵਿੱਚ। ਸਤਿਗੁਰੂ ਜੀ ਕਹਿੰਦੇ ਹਜ਼ਾਰਾਂ ਸਾਲ ਅਸੀਂ ਇਸ ਭੂਮੀ ਉੱਤੇ ਵਸ ਕੇ ਬਹੁਤ ਸੰਕਟ ਸਹਾਰਦਿਆਂ ਹੋਇਆ ਆਪਣੇ ਤਨ ਨੂੰ ਕਸ ਕੇ ਰੱਖਿਆ, ਸਾਵਧਾਨ ਰੱਖਿਆ ਭਗਤੀ ਕਰਦਿਆਂ। ਫਿਰ ਜਦੋਂ ਸਤਿਗੁਰੂ ਜੀ ਦੇ ਹੁਕਮ ਮੁਤਾਬਕ ਇਹਨਾਂ ਸਿੰਘਾਂ ਨੇ ਤੇ ਹੋਰ ਨਗਰ ਦੇ ਲੋਕਾਂ ਨੇ ਧਰਤੀ ਨੂੰ ਹੋਰ ਪੁੱਟਿਆ, ਹੋਰ ਖੋਦਿਆ, ਉਸ ਵੇਲੇ ਸਾਧ ਸੰਗਤ ਜੀ ਕਰਮੰਡਲ ਵੀ ਨਿਕਲਿਆ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਰਬਲੋਹ ਦੀ ਮਾਲਾ ਵੀ ਉੱਥੋਂ ਪ੍ਰਾਪਤ ਹੋਈ। ਔਰ ਸਤਿਗੁਰੂ ਜੀ ਦੇ ਤਪ ਦੇ ਪ੍ਰਭਾਵ ਦੇ ਕਰਕੇ ਆਸਣ ਵੀ ਬਿਲਕੁਲ ਉਸੇ ਤਰ੍ਹਾਂ ਦਾ ਪਿਆ ਹੈ। ਭਾਵੇਂ ਪੁਰਾਤਨ ਸੀ, ਬਹੁਤ ਲੰਮੇ ਸਮੇਂ ਦਾ ਪਿਆ ਸੀ, ਪਰ ਸਤਿਗੁਰੂ ਜੀ ਦੇ ਤਪ ਤੇਜ ਕਰਕੇ ਉਹ ਗਲਿਆ ਨਹੀਂ, ਸਿਉਂਕ ਨਹੀਂ ਲੱਗੀ, ਆਸਣ ਵੀ ਉਸੇ ਤਰ੍ਹਾਂ ਪਿਆ ਹੈ। ਮਾਲਾ ਵੀ ਦੇਖ ਲਈ, ਆਸਣ ਵੀ ਦੇਖ ਲਿਆ। ਇਸੇ ਪ੍ਰਕਾਰ ਕਰਮੰਡਲ ਗੜਵਾ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ, ਉਹਨੂੰ ਵੀ ਜਦੋਂ ਦੇਖਿਆ ਹੇਠੋਂ ਨਿਕਲਿਆ ਸਾਰਿਆਂ ਨੇ। ਸਤਿਗੁਰੂ ਜੀ ਦੇ ਮਹਾਨ ਤਪ ਦੇ ਪ੍ਰਭਾਵ ਕਰਕੇ ਉਹ ਵੀ ਉਵੇਂ ਦਾ ਹੀ ਪਿਆ ਹੈ। ਸਾਰੇ ਲੋਕ ਦੇਖ ਕੇ ਬੜੇ ਅਚਰਜ ਹੋਏ, ਹੈਰਾਨ ਹੋਏ। ਸਾਰਿਆਂ ਨੇ ਇਹ ਗੱਲ ਜਾਣ ਲਈ ਕਿ ਸਤਿਗੁਰੂ ਜੀ ਝੂਠ ਨਹੀਂ ਬੋਲਦੇ, ਵਾਕਈ ਇਹਨਾਂ ਦੀ ਇਹ ਜਗ੍ਹਾ ਹੈ। ਹਜ਼ਾਰਾਂ ਸਾਲ ਸਤਿਗੁਰੂ ਜੀ ਇੱਥੇ ਰਹੇ ਹਨ। ਸਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਧੰਨ ਕਲਗੀਆਂ ਵਾਲੇ ਪਾਤਸ਼ਾਹ ਇਉਂ ਕਹਿਣ ਲੱਗੇ। ਸਾਰਿਆਂ ਨੂੰ ਪ੍ਰਤੀਤੀ ਵੀ ਆ ਗਈ ਤੇ ਸਤਿਗੁਰੂ ਜੀ ਦਾ ਪ੍ਰੇਮ ਵੀ ਸਾਰਿਆਂ ਦੇ ਮਨ ਵਿੱਚ ਵਸਿਆ। ਉਸ ਵੇਲੇ ਸਾਰਿਆਂ ਨੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਉੱਤੇ ਬੰਦਨਾ ਨਮਸਕਾਰ ਕੀਤੀ।
ਸ੍ਰੀ ਗੁਰ ਪਤਾ ਦਿਖਾਏ ਕਰ ਸਤਿਗੁਰੂ ਸਾਹਿਬ ਜੀ ਨੇ ਇਹ ਨਿਸ਼ਾਨੀਆਂ ਦਿਖਾ ਕੇ ਸਭ ਕੋ ਦਇਓ ਸੁਣਾਈ ਸਾਰਿਆਂ ਨੂੰ ਸੁਣਾ ਕੇ ਆਖਿਆ। ਇਕ ਜੋ ਜਨ ਲਗ ਭੂਮ ਕਾ ਸਤਿਗੁਰੂ ਜੀ ਕਹਿੰਦੇ ਸਿਰਫ ਇੰਨੀ ਜਗ੍ਹਾ ਨਹੀਂ ਬਲਕਿ ਇੱਥੋਂ ਆਸੇ-ਪਾਸੇ ਇੱਕ ਯੋਜਨ ਤੱਕ ਦੀ ਜਿਹੜੀ ਆਲੇ ਦੁਆਲੇ ਦੀ ਭੂਮੀ ਹੈ, ਜ਼ਮੀਨ ਹੈ। ਇੱਕ ਯੋਜਨ ਸਾਧ ਸੰਗਤ ਜੀ 4 ਕੋਹ ਦੀ ਵਾਟ ਨੂੰ ਕਹਿੰਦੇ ਹੈ। ਭਾਵ ਇਸ ਜਗ੍ਹਾ ਤੋਂ ਆਸੇ-ਪਾਸੇ 4 ਕੋਹ ਤੱਕ ਜਿੰਨੀ ਜਗ੍ਹਾ ਹੈ। ਤਬੈ ਤਬੀ ਸਮਦਾਈ ਕਹਿੰਦੇ ਇਹ ਉਸ ਵੇਲੇ ਦੀ ਸਾਰੀ ਕਹਿੰਦੇ ਤਪੱਸਿਆ ਵਾਲੀ ਧਰਤੀ ਹੈ। ਇਸ ਧਰਤੀ ਦੇ ਉੱਤੇ ਸਾਡੇ ਨਾਲ ਹੋਰ ਤਪਸਵੀ ਮਹਾਤਮਾ ਰਹਿੰਦੇ ਸਨ। ਕਹੋ ਭਾਈ ਸਿੱਖ ਹਮਾਰੇ ਕੀਰਨ ਸਥਾਨ ਸਾਡੇ ਬਹੁਤ ਸਾਰੇ ਸਿੱਖ ਸਾਡੇ ਬਹੁਤ ਸਾਰੇ ਸਿੱਖ ਵੀ ਇਸ ਜਗ੍ਹਾ ਦੇ ਉੱਤੇ ਫੈਲੇ ਹੋਏ ਸਨ। ਆਲੇ ਦੁਆਲੇ ਉਹ ਵੀ ਭਗਤੀ ਕਰਦੇ ਸਨ। ਔਰ ਆਹ ਜਗ੍ਹਾ ਜਿੱਥੇ ਆਪਾਂ ਬਿਰਾਜਮਾਨ ਹੈ, ਜਿਹੜੀ ਧਰਤੀ ਨੂੰ ਪੁੱਟਿਆ, ਇਸ ਜਗ੍ਹਾ ਦੇ ਉੱਤੇ ਸਾਡਾ ਮਹਾਨ ਵੱਡਾ ਆਸ਼ਰਮ ਡੇਰਾ ਸੀ। ਜਿੱਥੋਂ ਤੁਸੀਂ ਧਰਤੀ ਨੂੰ ਪੁੱਟ ਕੇ ਹੇਠਾਂ ਤੋਂ ਇਹ ਰਾਖ ਦੇ ਦਰਸ਼ਨ ਕੀਤੇ ਹਨ। ਇਸ ਜਗ੍ਹਾ ਦੇ ਉੱਤੇ ਅਸੀਂ ਆਸਣ ਲਾ ਕੇ ਭਗਤੀ ਕਰਨ ਵਾਸਤੇ ਬੈਠੇ ਸਾਂ। ਸੋ ਇਸ ਪ੍ਰਕਾਰ ਅਸੀਂ ਇਹ ਸਾਰਿਆਂ ਨੂੰ ਇਹ ਪਤਾ, ਇਹ ਨਿਸ਼ਾਨੀਆਂ ਦਿਖਾਈਆਂ ਹਨ। ਕਹਿੰਦੇ ਹੁਣ ਤਾਂ ਤੁਹਾਨੂੰ ਯਕੀਨ ਹੋ ਗਿਆ ਨਾ ਵੀ ਸਾਡਾ ਹੀ ਅਸਥਾਨ ਹੈ ਕਿ ਨਹੀਂ? ਹੁਣ ਤਾਂ ਯਕੀਨ ਹੋ ਗਿਆ ਵੀ ਸਾਡੀ ਹੀ ਜਗ੍ਹਾ ਹੈ। ਪਰ ਕਹਿੰਦੇ ਫਿਰ ਵੀ ਭਾਈ ਅਸੀਂ ਨਿਰਾਸ਼ ਨਹੀਂ ਕਰਨਾ ਚਾਹੁੰਦੇ। ਇਸ ਮੁਗਲ ਨੂੰ ਅੱਜ ਦੇ ਸਮੇਂ ਮੁਤਾਬਕ ਜਿਹੜੀ ਇਸ ਜਗ੍ਹਾ ਦੀ ਕੀਮਤ ਬਣਦੀ ਹੈ, ਮੁੱਲ ਬਣਦਾ, ਉਹ ਅਸੀਂ ਦੇਵਾਂਗੇ। ਔਰ ਅਸੀਂ ਇਹ ਤੋਂ ਮੁੱਲ ਲੈ ਕੇ ਇਹਦਾ ਦਾਵਾ ਖਤਮ ਕਰ ਦਿਆਂਗੇ ਕਿ ਇਹਦੀ ਭੂਮੀ ਹੈ। ਅੱਜ ਤੋਂ ਇਹ ਸਾਡੀ ਭੂਮੀ ਫਿਰ ਤੋਂ ਹੋ ਗਈ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਆ ਜਿੱਥੇ ਤਖਤ ਸਾਹਿਬ ਸ਼ੋਭਾਏਮਾਨ ਹੈ ਨਾ ਹਜੂਰ ਸਾਹਿਬ, ਉਹ ਉਨੀ ਜਗ੍ਹਾ ਦੇ ਉੱਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹ ਜਗ੍ਹਾ ਮੁੱਲ ਲੈਤੀ ਮੁਗਲ ਤੋਂ। ਜਿੱਥੇ ਹੁਣ ਗੁਰੂ ਦਰਬਾਰ ਹੈ, ਜਿੱਥੇ ਸਤਿਗੁਰੂ ਸਾਹਿਬ ਜੀ ਦਾ ਦਰਬਾਰ ਸਾਹਿਬ ਸੱਚਖੰਡ ਸਾਹਿਬ ਬਣਿਆ ਹੋਇਆ, ਇਹ ਸਾਰੀ ਜਗ੍ਹਾ ਦੇ ਉੱਤੇ ਕਲਗੀਧਰ ਪਾਤਸ਼ਾਹ, ਕਿਉਂਕਿ ਉਹਨਾਂ ਕੋਲ ਕਿਹੜਾ ਮਾਇਆ ਦੀ ਕਮੀ ਸੀ। ਸਾਧ ਸੰਗਤ ਜੀ ਮਾਇਆ ਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਬਹਿੰਦੀ ਸੀ, ਮੈਨੂੰ ਸਫਲੀ ਕਰ ਦਿਓ। ਸੋ ਸਤਿਗੁਰੂ ਜੀ ਨੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹ ਦਰਬਾਰ ਸਾਹਿਬ ਸੱਚਖੰਡ ਸਾਹਿਬ ਤਖਤ ਸਾਹਿਬ ਵਾਲੀ ਜਗ੍ਹਾ ਮੁੱਲ ਲਈ ਉਸ ਮੁਗਲ ਪਾਸੋਂ। ਹੁਣ ਸਾਧ ਸੰਗਤ ਜੀ ਨੂੰ ਇੰਨੀ ਕਿ ਜਗ੍ਹਾ ਵਾਸਤੇ ਤੇ ਸੋਨੇ ਦੀਆਂ ਮੋਹਰਾਂ ਮਿਲ ਜਾਣ, ਉਹ ਖੁਸ਼ ਕਿਉਂ ਨਾ ਹੋਵੇ। ਬੜਾ ਖੁਸ਼ ਹੋ ਕੇ ਉਹਨੇ ਸਤਿਗੁਰੂ ਜੀ ਤੋਂ ਇਹ ਧਨ ਲੈ ਲਿਆ। ਤੇ ਮਾਇਆ ਤਾਂ ਸਾਧ ਸੰਗਤ ਫਿਰ ਮੂੰਹ ਬੰਦ ਕਰ ਹੀ ਦਿੰਦੀ ਹੈ। ਮੁੜ ਕੇ ਇਹਦੀ ਜ਼ੁਬਾਨ ਹੀ ਬੰਦ ਹੋ ਗਈ, ਚੁੱਪ ਹੋ ਗਿਆ। ਮੁੜ ਕੇ ਨਾ ਇਹਨੇ ਕੋਈ ਗੱਲ ਆਖੀ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੈ ਖਤ, ਬੈਨਾਮਾ, ਜਿਵੇਂ ਆਪਾਂ ਅੱਜ ਕੱਲ ਰਜਿਸਟਰੀ ਕਰਾ ਲੈਂਦੇ ਆ, ਸੋ ਉਸ ਪ੍ਰਕਾਰ ਸਤਿਗੁਰੂ ਜੀ ਨੇ ਉਹਦੇ ਤੋਂ ਬੈਨਾਮਾ ਲਿਖਵਾ ਲਿਆ। ਔਰ ਰਾਜ਼ੀਨਾਮਾ ਜਿਹੜਾ ਹੋਇਆ ਸੀ, ਆਪਸੀ ਸਹਿਮਤ ਹੋਈ ਸੀ, ਲਿਖਿਆ ਗਿਆ ਸੀ, ਉਹ ਲਿਖਤ ਸਭ ਨੂੰ ਸੁਣਾ ਦਿੱਤੀ। ਔਰ ਉਸ ਰਾਜ਼ੀਨਾਮੇ ਦੇ ਉੱਤੇ ਜਿੰਨੇ ਲੋਕ ਇਕੱਠੇ ਹੋਏ ਸਨ, ਸਾਰਿਆਂ ਦੀ ਉਗਾਹੀ ਪਾਈ ਗਈ, ਸਾਰਿਆਂ ਨੇ ਹਸਤਾਖਰ ਸਾਈਨ ਕੀਤੇ। ਔਰ ਸਤਿਗੁਰੂ ਜੀ ਕਹਿੰਦੇ ਭਾਈ ਸਾਰੇ ਆਪੋ ਆਪਣੇ ਦਸਤਖਤ ਕਰ ਦਿਓ ਤਾਂ ਕਿ ਇਹਦੀ ਬੰਸ, ਇਹਦੀ ਕੁੱਲ, ਇਹਦੀਆਂ ਆਉਣ ਵਾਲੀਆਂ ਪੀੜ੍ਹੀਆਂ ਕੋਈ ਝਗੜਾ ਨਾ ਉਠਾਉਣ। ਜਦਾ ਜੋਗ ਕਰ ਸਭ ਚਲ ਗਈ। ਔਰ ਜਿਵੇਂ ਜੋਗ ਸੀ ਸਾਰੇ ਇਸ ਫੈਸਲੇ ਨੂੰ ਚੰਗਾ ਮੰਨਦਿਆਂ ਹੋਇਆ ਉੱਠ ਕੇ ਚਲੇ ਗਏ। ਜਾ ਕੇ ਬਾਦਸ਼ਾਹ ਬਹਾਦਰ ਸ਼ਾਹ ਦੇ ਕੋਲੇ ਸਾਰੀ ਗੱਲ ਦੱਸੀ। ਇਹ ਸਾਰਾ ਪ੍ਰਸੰਗ ਸੁਣ ਕੇ, ਸਾਰੀ ਗੱਲਬਾਤ ਸੁਣ ਕੇ ਬਾਦਸ਼ਾਹ ਬਹਾਦਰ ਸ਼ਾਹ ਬੜਾ ਵਿਸਮਾਦ ਵਿੱਚ ਆਇਆ, ਬੜਾ ਪ੍ਰਸੰਨ ਹੋਇਆ, ਖੁਸ਼ ਹੋਇਆ। ਸੋ ਆਪਣਾ ਵੀ ਇੱਕ ਕਾਗਜ਼ ਇਸ ਨੇ ਲਿਖ ਕੇ ਭੇਜਿਆ। ਉਹਦੇ ਉੱਤੇ ਲਿਖਤ ਕੀਤੀ ਬਾਦਸ਼ਾਹ ਨੇ ਕਿ ਇੱਕ ਯੋਜਨ ਤੱਕ, ਭਾਵ 4 ਕੋਹ ਤੱਕ
ਇਸ ਸਤਿਗੁਰੂ ਜੀ ਦੇ ਅਸਥਾਨ ਤੋਂ ਜਿੰਨੀ ਜਗ੍ਹਾ ਇਹ ਸਾਰੀ ਸਤਿਗੁਰੂ ਜੀ ਦੀ ਹੈ। ਕੋ ਨਾ ਕਰੈ ਦਾਵਾ ਲਿਓ ਜਾਨਾ। ਮੈਂ ਹਿੰਦੁਸਤਾਨ ਦਾ ਬਾਦਸ਼ਾਹ ਇਹ ਲਿਖਤ ਲਿਖਦਾ ਹਾਂ ਕਿ ਹੋਰ ਕੋਈ ਇਸ ਜਗ੍ਹਾ ਦਾ ਦਾਵਾ ਨਾ ਕਰੇ, ਮਾਲਕੀਅਤ ਨਾ ਆਪਣੀ ਇਸ ਨੂੰ ਦੱਸੇ। ਇਹ ਮੈਂ ਲਿਖ ਕੇ ਭੇਜ ਦਿੱਤਾ, ਸਾਰੇ ਜਾਣ ਲਵੋ। ਸਗਲੇ ਨਗਰ ਪ੍ਰਗਟ ਭੀ ਗਾਥਾ। ਸਾਰੇ ਨਗਰ ਦੇ ਵਿੱਚ, ਨੰਦੇੜ ਸ਼ਹਿਰ ਦੇ ਵਿੱਚ ਇਹ ਗਾਥਾ ਪ੍ਰਗਟ ਹੋ ਗਈ। ਸਾਰਿਆਂ ਨੂੰ ਇਹ ਗੱਲਬਾਤ ਦਾ ਪਤਾ ਲੱਗਿਆ ਓਮ ਮੋਲ ਲੀਨ ਸੁਗਰਨਾਥਾ ਕਿ ਸਤਿਗੁਰੂ ਸਾਹਿਬ ਜੀ ਨੇ ਇੱਕ ਇੱਕ ਯੋਜਨ ਤੱਕ ਇਹ ਸਾਰਾ ਨੰਦੇੜ ਸ਼ਹਿਰ ਖਰੀਦ ਲਿਆ ਹੈ, ਇਹ ਜਗ੍ਹਾ ਮੁੱਲ ਲੈ ਲਈ ਹੈ। ਮੇਰਾ ਭਲੀ ਪ੍ਰਕਾਰ ਜਮਾਇਓ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭਲੀ ਪ੍ਰਕਾਰ ਕਰਕੇ ਇੱਥੇ ਡੇਰਾ ਜਮਾ ਲਿਆ, ਆਪਣਾ ਆਸਣ ਲਾ ਲਿਆ ਪੱਕੇ ਤੌਰ ਤੇ। ਇੱਕ ਦਿਨ ਪ੍ਰਭੂ ਅਖੀਰ ਮਨ ਭਾਇਓ। ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਨ ਦੇ ਵਿੱਚ ਭਾਵਨਾ ਆਈ ਕਿ ਸ਼ਿਕਾਰ ਉੱਤੇ ਚੜਿਆ ਜਾਵੇ। ਜਦ ਦੂਰ ਚੜ ਗਏ ਅਖੀਰਾ। ਔਰ ਕਿਤਨੀ ਕੁ ਦੂਰ ਸਤਿਗੁਰੂ ਸੱਚੇ ਪਾਤਸ਼ਾਹ ਆਪਣੇ ਦਲ ਪੰਥ ਦੇ ਸਮੇਤ, ਸਿੰਘਾਂ ਦੇ ਸਮੇਤ ਚੜ ਕੇ ਗਏ। ਆਸ਼ਰਮ ਵਿਖਿਓ ਬੈਰਾਗੀ ਪੀਰਾ। ਅੱਗੇ ਜਾ ਕੇ ਦੇਖਿਆ ਕਿ ਇੱਕ ਬੈਰਾਗੀ ਸਾਧੂਆਂ ਦਾ ਆਸ਼ਰਮ ਹੈ, ਡੇਰਾ ਹੈ। ਉਸ ਜਗ੍ਹਾ ਦੇ ਉੱਤੇ ਸਤਿਗੁਰੂ ਸਾਹਿਬ ਜੀ ਗਏ ਹਨ। ਇੱਥੇ ਜਿਵੇਂ ਸਤਿਗੁਰੂ ਸਾਹਿਬ ਜੀ ਨੂੰ ਆ ਕੇ ਮਾਧੋ ਦਾਸ ਬੈਰਾਗੀ ਮਿਲਦਾ ਹੈ, ਕਿਵੇਂ ਸਤਿਗੁਰੂ ਜੀ ਮਾਧੋ ਦਾਸ ਤੋਂ ਉਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਬਣਾਉਣਗੇ, ਅੰਮ੍ਰਿਤ ਛਕਾ ਕੇ ਉਸ ਦਾ ਨਾਮ ਗੁਰਬਖਸ਼ ਸਿੰਘ ਰੱਖਣਗੇ। ਔਰ ਸਤਿਗੁਰੂ ਜੀ ਦੇ ਨਾਲ ਕਿੰਨਾ ਹਾਲਾਤਾਂ ਦੇ ਵਿੱਚ ਇਹਦੀ ਮੁਲਾਕਾਤ ਹੁੰਦੀ ਹੈ, ਕਿਵੇਂ ਸਤਿਗੁਰੂ ਜੀ ਦੇ ਸਿੰਘ ਦੇ ਡੇਰੇ ਵਿੱਚ ਜਾ ਕੇ ਬੱਕਰੇ 'ਚ ਢਕਾਉਣਗੇ ਔਰ ਇਹ ਕਹੇਗਾ ਕਿ ਮੇਰੇ ਡੇਰੇ ਵਿੱਚ ਪਾਪ ਕਰ ਦਿੱਤਾ। ਇਹ ਸਾਰੀ ਕਥਾ ਆਪਾਂ ਵਿਸਥਾਰ ਸਹਿਤ ਕੱਲ ਦੇ ਦੀਵਾਨ ਦੇ ਵਿੱਚ ਸਰਵਣ ਕਰਾਂਗੇ। ਸੋ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਮਤ ਬਖਸ਼ਿਸ਼ ਕਰਨ। ਸੁਣਿਆ ਹੋਇਆ ਗੁਰ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਦੇ ਵਿੱਚ ਵਸੇ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਵਾਂਗੇ। ਅੱਜ ਥੋੜਾ ਜਿਹਾ ਸਮਾਂ ਪਹਿਲਾਂ ਸਮਾਪਤੀ ਇਸ ਕਰਕੇ ਆਪਾਂ ਕਰ ਦਿੱਤੀ ਹੈ ਕਿਉਂਕਿ 7 ਵਜੇ ਤੋਂ ਬਾਅਦ ਗੁਰਦੁਆਰਾ ਸੰਤ ਬਾਬਾ ਹਰਨਾਮ ਸਿੰਘ ਜੀ ਇਸ ਤੱਲਣ ਨਗਰ ਦੇ ਵਿੱਚ ਉੱਥੇ ਸਤਿਗੁਰੂ ਸਾਹਿਬ ਜੀ ਦੇ ਫਰਜ਼ੰਦਾਂ ਦੀ ਸ਼ਹਾਦਤ ਦੀ ਯਾਦ ਵਿੱਚ ਗੁਰਮਤਿ ਦੇ ਸਮਾਗਮ ਰੱਖੇ ਗਏ। ਉੱਥੇ ਦਾਸ ਨੇ ਕਥਾ ਦੀ ਹਾਜ਼ਰੀ ਭਰਨੀ ਹੈ ਇੱਥੋਂ ਜਾ ਕੇ। ਸੋ ਉੱਥੇ ਵੀ ਜਿਹੜੀਆਂ ਸੰਗਤਾਂ ਪਹੁੰਚ ਸਕਦੀਆਂ ਜ਼ਰੂਰ ਪਹੁੰਚ ਕੇ ਲਾਹਾ ਲਿਓ। ਪੈਦਲ ਹੀ 5-7 ਮਿੰਟ ਦਾ ਰਸਤਾ ਹੈ। ਸੋ ਆਪ ਜੀ ਉੱਥੇ ਵੀ ਪਹੁੰਚ ਕੇ ਗੁਰੂ ਕੀ ਕਥਾ ਵਿਚਾਰ ਦਾ ਲਾਹਾ ਪ੍ਰਾਪਤ ਕਰ ਸਕਦੇ ਹੋ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ। ਦੇਹੋ ਸਜਣ ਸੀਸੜੀਆਂ ਜੋ ਹੋਵੈ ਸਾਹਿਬ ਸਿਓ ਮੇਲ। ਵਿਦਕ ਦੂਰ ਚੜ ਗਈ ਅਖੀਰਾ। ਆਸ਼ਰਮ ਪਿਖਿਓ ਬੈਰਾਗੀ ਕੇਰਾ। हे गोविंद हे गोपाल हे दयाल लाल। प्राणनाथ नाथ सखे दीन दर्द निवार। हे समरथ आगम पूरन मोहे मया तार। अंधकूप महापयान नानक पार उतार। आई प्रभ शरणागति कृपा निध दयाल। एक अखर हर मन वसत नानक होत निहाल।